ਪ੍ਰੋਗਰਾਮ ਖਾਸ ਗੱਲਬਾਤ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਸ਼ਹੀਦ ਭਗਤ ਸਿੰਘ ਹੋਰਾਂ ਦੇ ਸਮੁੱਚੇ ਜੀਵਨ ਤੇ, ਕਿਉਂਕਿ ਅੱਜ ਉਹਨਾਂ ਦਾ 115ਵਾਂ ਜਨਮ ਦਿਨ ਜਿਹੜਾ ਆ ਸਮੁੱਚੇ ਭਾਰਤ ਦੇ ਵਿੱਚ ਮਨਾਇਆ ਜਾ ਰਿਹਾ ਆ। ਸੋ ਸ਼ਹੀਦ ਭਗਤ ਸਿੰਘ ਦੇ ਬਾਰੇ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਕਿਹਾ ਜਾਂਦਾ ਕਿ ਸ਼ਹੀਦ ਭਗਤ ਸਿੰਘ ਦੀ ਮਕਬੂਲੀਅਤ ਅੱਜ ਵੀ ਇੰਨੀ ਹੈ ਕਿ ਭਾਰਤ ਦੇ ਵਿੱਚ ਬਾਲੀਵੁੱਡ ਦੇ ਜਿਹੜੇ ਐਕਟਰ ਨੇ ਜਾਂ ਕ੍ਰਿਕਟਰ ਨੇ ਉਹਨਾਂ ਨਾਲੋਂ ਜ਼ਿਆਦਾ ਪੋਸਟਰ ਤੇ ਤਸਵੀਰਾਂ ਅੱਜ ਵੀ ਭਗਤ ਸਿੰਘ ਦੀਆਂ ਜਿਹੜੀਆਂ ਆ ਉਹ ਜ਼ਿਆਦਾ ਵਿਕਦੀਆਂ ਨੇ। ਸੋ ਸਾਡੇ ਨਾਲ ਅੱਜ ਇਸ ਪ੍ਰੋਗਰਾਮ ਦੇ ਵਿੱਚ ਗੈਸਟ ਨੇ ਡਾਕਟਰ ਸ਼ਾਮ ਸੁੰਦਰ ਦੀਪਤੀ। ਸੋ ਉਹਨਾਂ ਨਾਲ ਅੱਜ ਸਮੁੱਚੀ ਗੱਲਬਾਤ ਭਗਤ ਸਿੰਘ ਹੋਰਾਂ ਦੇ ਉੱਤੇ ਕਰਾਂਗੇ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਮੇਰਾ ਇਹੀ ਸਵਾਲ ਹੈ ਕਿ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਜਾ ਰਿਹਾ, ਸਾਰੇ ਹੀ ਕ੍ਰਾਂਤੀਕਾਰੀਆਂ ਦੇ ਵਿੱਚੋਂ ਭਗਤ ਸਿੰਘ ਦੀ ਮਕਬੂਲੀਅਤ ਜਿਹੜੀ ਆ ਉਹ ਜ਼ਿਆਦਾ ਰਹੀ ਆ। ਕਹਿ ਲਿਆ ਜਾਵੇ ਕਿ ਰਾਜਨੀਤੀ ਦੇ ਵਿੱਚ ਦੇਖੀਏ ਤਾਂ ਵੀ, ਜਾਂ ਪਿਛਲੇ ਦਿਨਾਂ ਦੀ ਗੱਲ ਕਰੀਏ ਤਾਂ ਮੋਹਾਲੀ ਏਅਰਪੋਰਟ ਦਾ ਨਾਮ ਜਿਹੜਾ ਆ ਉਹ ਵੀ ਪ੍ਰਧਾਨ ਮੰਤਰੀ ਹੋਰਾਂ ਨੇ ਅਨਾਊਂਸ ਕੀਤਾ, ਅਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ। ਤੁਸੀਂ ਕਿਵੇਂ ਇਸ ਚੀਜ਼ ਨੂੰ ਜਿਹੜਾ ਆ ਉਹ ਦੇਖ ਰਹੇ ਹੋ? ਅੱਜ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਹੈ, ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਅਤੇ ਜਿਹੜੀ ਗੱਲ ਤੁਸੀਂ ਛੇੜੀ ਹੈਗੀ ਹੈ ਕਿ ਇਹ ਸਭ ਤੋਂ ਵੱਧ ਮਕਬੂਲ ਹੈਗੇ ਹੈ, ਤਾਂ ਉਸ 'ਤੇ ਮੈਂ ਆਉਣ ਤੋਂ ਪਹਿਲਾਂ ਮੈਂ ਇੱਕ ਛੋਟੀ ਜਿਹੀ ਕਵਿਤਾ ਭਗਤ ਸਿੰਘ ਹੋਰਾਂ ਦੇ ਤੁਹਾਨੂੰ ਸੁਣਾਉਂਦਾ, ਫਿਰ ਆਪਾਂ ਗੱਲ ਅੱਗੇ ਸ਼ੁਰੂ ਕਰਾਂਗੇ। ਜੀ। ਅੱਜ ਤੇਰਾ 115ਵਾਂ ਜਨਮ ਦਿਨ ਹੈ ਜੀ। ਅੱਜ ਤੇਰਾ 115ਵਾਂ ਜਨਮ ਦਿਨ ਹੈ ਭਗਤ ਸਿੰਘ, ਪਰ ਮੇਰੇ ਸਾਹਮਣੇ ਆਉਂਦਾ ਹੈ ਤੇਰਾ ਉਹੀ 23 ਸਾਲ ਵਾਲਾ ਜਵਾਨ ਚਿਹਰਾ ਜੀ। ਵੈਸੇ ਵੀ ਉਮਰ ਦਾ ਕੀ ਲੈਣਾ ਦੇਣਾ, ਵੈਸੇ ਵੀ ਉਮਰ ਦਾ ਕੀ ਲੈਣਾ ਦੇਣਾ ਸਾਲਾਂ ਦੇ ਨਾਲ ਜੀ। ਉਮਰ ਦੀ ਮਿਣਤੀ ਤਾਂ ਹੁੰਦੀ ਹੈ ਹੌਸਲੇ ਨਾਲ ਜੀ, ਜਜ਼ਬਿਆਂ ਨਾਲ। ਉਮਰ ਦੀ ਮਿਣਤੀ ਤਾਂ ਹੁੰਦੀ ਹੈ ਹੌਸਲੇ ਨਾਲ, ਜਜ਼ਬਿਆਂ ਨਾਲ। ਕੁਝ ਕਰ ਗੁਜ਼ਰਨ ਦੇ ਨਾਲ ਕਿਸੇ ਦੀ ਸੁਪਨੇ ਵਿੱਚ, ਕਿਸੇ ਵੀ ਸੁਪਨੇ ਨੂੰ ਜਿਉਣਾ ਜੀ, ਉਸ ਨੂੰ ਪੂਰਾ ਕਰਨ ਦੀ ਲਾਲਸਾ ਦੇ ਨਾਲ। ਉਹੀ ਜੋ ਤੇਰੇ ਚਿਹਰੇ 'ਤੇ ਸੀ ਆਖਰੀ ਲਮੇ ਤੱਕ ਜੀ। ਵਿਚਾਰ ਤੇਰੇ ਅਜੇ ਵੀ ਜਿਉਂਦਾ ਨੇ, ਵਿਚਾਰਾਂ ਦਾ ਕੀ ਲੈਣਾ ਦੇਣਾ ਉਮਰ ਦੇ ਨਾਲ ਜੀ। ਵਿਚਾਰਾਂ ਦਾ ਕੀ ਲੈਣਾ ਦੇਣਾ ਉਮਰ ਦੇ ਨਾਲ ਜੀ। ਬਹੁਤ ਖੂਬ। ਸੋ ਡਾਕਟਰ ਸਾਹਿਬ, ਜਿਵੇਂ ਤੁਸੀਂ ਇਹ ਜ਼ਿਕਰ ਕੀਤਾ, ਅਤੇ ਮੇਰਾ ਪਹਿਲਾ ਸਵਾਲ ਸੀ ਕਿ ਰਾਜਨੀਤੀ ਦੀ ਗੱਲ ਕਰੀਏ ਜਾਂ ਹੋਰ ਖੇਤਰਾਂ ਦੀ ਗੱਲ ਕਰੀਏ ਤਾਂ ਹਮੇਸ਼ਾ ਹੀ ਭਗਤ ਸਿੰਘ ਦਾ ਨਾਮ ਜਿਹੜਾ ਆ ਉਹ ਆਉਂਦਾ ਆ। ਸੋ ਮਕਬੂਲੀਅਤ ਵੀ ਜਿਹੜੀ ਆ ਉਹ ਭਗਤ ਸਿੰਘ ਦੀ ਉਵੇਂ ਦੀ ਉਵੇਂ। ਖਾਸ ਤੌਰ 'ਤੇ ਯੂਥ ਦੀ ਗੱਲ ਕਰੀਏ ਤਾਂ ਟੀ ਸ਼ਰਟਾਂ ਪਾ ਕੇ ਯੂਥ ਜਿਹੜਾ ਆ ਉਹ ਘੁੰਮਦਾ ਆ ਜਾਂ ਗੱਲ ਕਰਦਾ ਆ। ਤੁਸੀਂ ਕਿਵੇਂ ਇਸ ਚੀਜ਼ ਨੂੰ ਜਿਹੜਾ ਆ ਉਹ ਦੇਖਦੇ ਹੋ? ਨਹੀਂ, ਮੈਂ ਜਿਸ ਇਸ ਕਵਿਤਾ ਦੀ ਗੱਲ ਕੀਤੀ ਹੈ ਵੀ ਵਿਚਾਰਾਂ ਦੀ ਗੱਲ ਹੈਗੀ। ਜੇ ਉਹਦੀ ਮਕਬੂਲੀਅਤ ਅੱਜ ਤੱਕ ਬਣੀ ਹੋਈ ਹੈ ਤਾਂ ਉਹ ਉਸ ਦੇ ਵਿਚਾਰਾਂ ਦੇ ਠੀਕ ਹੈ ਕਿ ਜਿਹੜੇ ਵੀ ਹੁਣ ਕ੍ਰਾਂਤੀਕਾਰਾਂ ਨੇ ਦੇਸ਼ ਆਜ਼ਾਦ ਕਰਾਉਣ ਦੇ ਲਈ ਮਤਲਬ ਕੀ ਕੀਤਾ ਕੰਮ, ਇੱਕ ਜਜ਼ਬਾ ਹੁੰਦਾ ਹੈਗਾ। ਜਜ਼ਬਾ ਠੀਕ ਹੈ ਕਿ ਉਹ ਵੀ ਬਹੁਤ ਕੰਮ ਆਉਂਦਾ ਹੈਗਾ, ਪਰ ਜਜ਼ਬੇ ਦੇ ਨਾਲ ਜੇ ਵਿਚਾਰ ਹੋਣ ਤਾਂ ਮਤਲਬ ਕਿ ਉਸ ਦੀ ਮਕਬੂਲੀਅਤ ਵੱਧ ਹੋ ਜਾਂਦੀ ਹੈਗੀ ਹੈ। ਭਗਤ ਸਿੰਘ ਦੇ ਜੀਵਨ ਦੇ ਵਿੱਚ ਆਪਾਂ ਦੇਖੀਏ ਤਾਂ ਉਹ ਜਜ਼ਬਾ ਵੀ ਬਹੁਤ ਵੱਧ ਰਿਹਾ ਹੈਗਾ, ਪਰ ਉਸਨੇ ਬਾਅਦ ਦੇ ਵਿੱਚ ਆਪਣੇ ਆਪ ਨੂੰ ਮਤਲਬ ਕਿ ਇੱਕ ਵਿਚਾਰਕ ਦੇ ਤੌਰ 'ਤੇ ਭਾਵ ਕਿ ਜੋਸ਼ ਦੇ ਨਾਲ ਹੋਸ਼ ਤੋਂ ਵੀ ਜਿਹੜਾ ਆ ਉਹ ਕੰਮ ਬਿਲਕੁਲ ਜਿਹੜਾ ਆ ਹਮੇਸ਼ਾ ਹੀ। ਜਦੋਂ ਕੋਈ ਵੀ ਮਨੁੱਖ ਜਿਹੜਾ ਆ ਉਹ ਪੈਦਾ ਹੁੰਦਾ, ਬੱਚਾ ਜਦੋਂ ਕੋਈ ਪੈਦਾ ਹੁੰਦਾ ਹੈ ਤਾਂ ਉਹਦੇ ਸੋਚ ਜਿਹੜੀ ਆ ਉਹ ਹਮੇਸ਼ਾ ਹੀ ਪਰਿਵਾਰ ਦੇ ਵਿੱਚ ਕਿਵੇਂ ਦੀ ਸੋਚ ਹੈਗੀ ਆ ਜਾਂ ਆਪ ਤੋਂ ਵੱਡਿਆਂ ਨੂੰ ਦੇਖ ਕੇ ਸੋਚ ਡਿਵੈਲਪ ਹੁੰਦੀ ਆ। ਭਗਤ ਸਿੰਘ ਦਾ ਜਦੋਂ ਜਨਮ ਹੁੰਦਾ ਆ ਤਾਂ ਘਰ ਦਾ ਮਾਹੌਲ, ਜਾਂ ਜਦੋਂ ਹੋਸ਼ ਸੰਭਾਲਦਾ ਤਾਂ ਕਿਵੇਂ ਦਾ ਸੀਗਾ? ਘਰ ਦੇ ਮਾਹੌਲ ਨੇ, ਘਰ ਦੇ ਵੱਡਿਆਂ ਦੀ ਸੋਚ ਨੇ ਕੀ ਭਗਤ ਸਿੰਘ ਦੇ ਉੱਤੇ ਅਸਰ ਜਿਹੜਾ ਆ ਉਹ ਪਾਇਆ? ਬਿਲਕੁਲ ਸਹੀ ਗੱਲ ਹੈ। ਮੈਂ ਇਹ ਕਹਿੰਦਾ ਕਿ ਆਮ ਤੌਰ 'ਤੇ ਅਸੀਂ ਜਦੋਂ ਵੀ ਕੋਈ ਸ਼ਖਸੀਅਤ ਜਿਹੜੀ ਹੁੰਦੀ ਹੈ ਪ੍ਰਵਾਨ ਹੋ ਜਾਂਦੀ ਹੈ, ਅਤੇ ਉਹ ਜਦੋਂ ਪ੍ਰਵਾਨ ਹੋ ਜਾਂਦੀ ਹੈ ਤਾਂ ਫਿਰ ਕਈ ਵਾਰੀ ਅਸੀਂ ਇਹ ਸੋਚਣ ਲੱਗ ਪੈਂਦੇ ਵੀ ਇਹ 23 ਸਾਲ ਦੀ ਉਮਰ ਹੈਗੀ ਹੈ ਅਤੇ ਇੰਨਾ ਉਹਦੇ ਵਿਚਾਰ ਪੁਖਤਾ ਹੈਗੇ ਨੇ ਅਤੇ ਇੰਨੀ ਵੱਡੀ ਕੁਰਬਾਨੀ ਦੇ ਗਿਆ, ਤਾਂ ਮਤਲਬ ਕਿ ਇਹ ਕੋਈ ਆਮ ਬੰਦਾ ਨਹੀਂ ਕਰ ਸਕਦਾ। ਫਿਰ ਅਸੀਂ ਉਸ ਨੂੰ ਥੋੜ੍ਹਾ ਜਿਹਾ ਪਾਸੇ ਰੱਖ ਲੈਂਦੇ ਅਤੇ ਉਹਨੂੰ ਆਮ ਬੰਦਾ ਨਹੀਂ ਸਮਝਦੇ। ਫਿਰ ਸੋਚਦੇ ਵੀ ਕੋਈ ਰੱਬੀ ਸ਼ਖਸੀਅਤ ਸੀਗਾ ਜਾਂ ਕੋਈ ਖਾਸ ਮਤਲਬ ਕਿ ਇਹਦੇ ਵਿੱਚ ਗੁਣ ਸੀਗੇ ਜਿਹੜੇ ਮਤਲਬ ਕਿ ਪਾ ਕੇ ਅਤੇ ਇੱਕ ਕੁਦਰਤ ਨੇ ਭੇਜੇ ਸੀਗੇ, ਰੱਬ ਨੇ ਭੇਜੇ ਸੀਗੇ, ਅਤੇ ਫਿਰ ਅਸੀਂ ਉਹਨੂੰ ਥੋੜ੍ਹਾ ਜਿਹਾ ਆਮ ਆਦਮੀ ਤੋਂ ਪਰੇ ਕਰ ਲੈਂਦੇ ਹੈਗੇ ਆ। ਪਰ ਮੈਂ ਸਮਝਦਾ ਕਿ ਵੀ ਹਰੇਕ ਦੀ ਇੱਕ ਵਿਕਾਸ ਹੁੰਦਾ ਹੈਗਾ। ਜਿਵੇਂ ਗੱਲ ਤੁਸੀਂ ਬਿਲਕੁਲ ਸਹੀ ਕਿ ਪਰਿਵਾਰ ਦੇ ਵਿੱਚ ਜਿਹੜਾ ਹੈਗਾ ਉਹਦਾ ਪਿਛੋਕੜ, ਅਤੇ ਮੈਂ ਹਮੇਸ਼ਾ ਮਤਲਬ ਕਿ ਇਹ ਕੋਸ਼ਿਸ਼ ਕੀਤੀ ਹੈ ਕਿ ਭਗਤ ਸਿੰਘ ਨੂੰ ਮਤਲਬ ਕਿ ਜਿਹੜਾ ਹੈਗਾ ਨਾ ਉਹ ਬੰਦਾ ਹੋਇਆ ਦੇਖਿਆ ਜਾਵੇ, ਉਹ ਬਣਿਆ ਕਿਵੇਂ ਹੈ ਨਾ। ਜਿਵੇਂ ਆਪਾਂ ਇੱਕ ਟਰੈਂਡ ਵੀ ਹੈਗਾ ਮੇਕਿੰਗ ਆਫ, ਮਤਲਬ ਕਿ ਜਿਵੇਂ ਫਿਲਮਾਂ ਦੇ ਵਾਲੇ ਕਰਦੇ ਮੇਕਿੰਗ ਆਫ ਕੋਈ ਫਿਲਮ ਬਣਾਉਂਦੇ ਨੇ, ਫਿਰ ਅਸੀਂ ਵੀ ਇਹਨੂੰ ਬਣਾਈ ਕਿਵੇਂ ਅਸੀਂ ਇਸ 'ਤੇ ਪਹੁੰਚੇ, ਕਿਵੇਂ ਅਸੀਂ ਸਫਲਤਾ ਹਾਸਲ ਕੀਤੀ। ਉਸ ਤਰ੍ਹਾਂ ਮੇਕਿੰਗ ਆਫ ਭਗਤ ਸਿੰਘ ਦੀ ਗੱਲ ਹੈਗੀ ਹੈ। ਭਗਤ ਸਿੰਘ ਬਣਿਆ ਕਿਵੇਂ?
ਜੇ ਮੈਂ ਸਭ ਤੋਂ ਪਹਿਲੇ ਮਤਲਬ ਕਿ ਕਹਾਂ ਤਾਂ ਸਭ ਤੋਂ ਵੱਡਾ ਯੋਗਦਾਨ ਉਸ ਪਰਿਵਾਰ ਦੇ ਵਿੱਚ ਉਹਨਾਂ ਦੇ ਦਾਦਾ ਜੀ ਦਾ ਹੈਗਾ, ਸਰਦਾਰ ਅਰਜਨ ਸਿੰਘ। ਉਹਨਾਂ ਦੇ ਮਤਲਬ ਕਿ ਦੇਖੋ ਵੀ 3 ਬੱਚੇ ਹੈਗੇ ਨੇ, ਕ੍ਰਿਸ਼ਨ ਸਿੰਘ, ਅਜੀਤ ਸਿੰਘ ਤੇ ਸਰਵਨ ਸਿੰਘ। ਤੇ ਇਹ ਤਿੰਨੋਂ ਜਿਹੜੇ ਬੇਟੇ ਹੈਗੇ ਨੇ ਉਹਨਾਂ ਦੇ, ਉਹ ਤਿੰਨੇ ਹੀ ਮਤਲਬ ਕਿ ਕ੍ਰਾਂਤੀਕਾਰੀ ਹੈਗੇ ਨੇ। ਅਜੀਤ ਸਿੰਘ ਦੇ ਬਾਰੇ ਤਾਂ ਆਪਾਂ ਲਗਭਗ ਸਾਰੇ ਹੁਣ ਜਾਣਦੇ ਹੈਗੇ ਨੇ। ਜਦੋਂ ਕਿਸਾਨੀ ਦਾ ਮੂਵਮੈਂਟ ਹੋਇਆ ਸੀਗਾ ਉਦੋਂ ਉਹ ਇੱਕ ਵਾਰੀ ਫਿਰ ਦੁਬਾਰਾ ਉਹਨਾਂ ਦਾ ਨਾਮ ਲੋਕਾਂ ਦੇ ਸਾਹਮਣੇ ਆਇਆ। ਪਗੜੀ ਸਮਾਜ ਜੱਟਾ ਮੂਵਮੈਂਟ ਉਹ ਸਰਦਾਰ ਅਜੀਤ ਸਿੰਘ ਨੇ ਚਲਾਈ ਹੈ, ਉਹਦਾ ਚਾਚਾ ਹੈਗਾ ਹੈ। ਤੇ ਜੇ ਅਰਜਨ ਸਿੰਘ ਦੀ ਗੱਲ ਕਰੀਏ ਤਾਂ ਉਹ ਤਿੰਨਾਂ ਬੇਟਿਆਂ ਤੇ ਫਿਰ ਅੱਗੋਂ ਪੋਤਿਆਂ ਤੇ ਵੀ ਹੈਗਾ। ਇਹਨਾਂ ਭਗਤ ਸਿੰਘ ਦਾ ਛੋਟਾ ਭਰਾ ਜਗਤ ਸਿੰਘ ਸੀਗਾ, ਉਹਨਾਂ ਦੀ ਛੋਟੀ ਉਮਰ ਦੇ ਵਿੱਚ ਡੈਥ ਹੋ ਗਈ, ਮਤਲਬ 11 ਕੁ ਸਾਲ ਦਾ ਸੀ, 11-12 ਸਾਲ ਦਾ ਸੀਗਾ। ਤੇ ਜੇ ਮੈਂ ਕਹਾਂ ਕਿ ਉਹਦੀ ਜਿਹੜੀ ਹੈਗੀ ਹੈ ਪਰਵਰਿਸ਼, ਕਿਉਂਕਿ ਜਿਹੜੇ ਉਹਨਾਂ ਦੇ ਫਾਦਰ ਸੀਗੇ ਭਗਤ ਸਿੰਘ ਦੇ, ਕਿਸ਼ਨ ਸਿੰਘ, ਉਹ ਤਾਂ ਇੱਕ ਉਹ ਸਮਾਜ ਸੇਵੀ ਸੀਗੇ ਤੇ ਬਹੁਤਾ ਸਮਾਂ ਉਹ ਸਮਾਜ ਸੇਵਾ ਦੇ ਵਿੱਚ ਮਤਲਬ ਕਿ ਉਹ ਰਹਿੰਦੇ ਸੀਗੇ ਤੇ ਘਰ ਤੋਂ ਬਾਹਰ ਰਹਿੰਦੇ ਸੀਗੇ ਲੋਕਾਂ ਦੀ ਮਤਲਬ ਕਿ। ਤਾਂ ਪਰਵਰਿਸ਼ ਦਾ ਬਹੁਤਾ ਕੰਮ ਜਿਹੜਾ ਹੈਗਾ ਉਹ ਸਰਦਾਰ ਅਰਜਨ ਸਿੰਘ ਨੇ ਕੀਤਾ। ਤਾਂ ਉਹਦੇ ਦਾਦਾ ਜੀ ਦਾ ਬਹੁਤ ਵੱਡਾ ਰੋਲ ਹੈਗਾ। ਜੇ ਆਪਾਂ ਉਹਨਾਂ ਦੇ ਜੀਵਨ ਦੇ ਵਿੱਚੋਂ, ਉਹਨਾਂ ਦੇ ਦਾਦਾ ਜੀ ਇਹਨਾਂ ਦੇ ਜਨਮ ਤੋਂ ਪਹਿਲਾਂ ਦੀ ਵੀ ਗੱਲ ਹੈਗੀ ਆ ਉਹ, ਵੀ ਇੱਕ ਵਾਰੀ ਪਿੰਡ ਦੇ ਵਿੱਚ ਪਲੇਗ ਫੈਲ ਗਈ ਅੰਗਰੇਜ਼ਾਂ ਦੇ ਟਾਈਮ ਦੇ ਉੱਤੇ, ਤੇ ਉਹ ਬਹੁਤ ਸਾਰੇ ਲੋਕ ਜੋ ਉੱਥੇ ਮਰ ਗਏ। ਤੇ ਜਦੋਂ ਪਲੇਗ ਦਾ ਜਿਹੜਾ ਪੀਰੀਅਡ ਸੀਗਾ ਜਦੋਂ ਖਤਮ ਹੋਈ ਤਾਂ ਅੰਗਰੇਜ਼ ਮਤਲਬ ਕਿ ਅਫਸਰ ਆਏ ਤੇ ਉਹ ਕਹਿੰਦੇ ਅਸੀਂ ਉਸ ਪਿੰਡ ਦੇ ਉਸ ਹਿੱਸੇ ਦੀ ਉਹਨੂੰ ਅੱਗ ਲਗਾਉਣੀ ਹੈਗੀ ਹੈ ਜਿੱਥੇ ਪਲੇਗ ਦੇ ਮਰੀਜ਼ ਸੀਗੇ, ਤਾਂ ਕਿ ਜਿਹੜੇ ਪਲੇਗ ਦੇ ਜਰਮ ਨੇ ਉਹ ਖਤਮ ਹੋ ਜਾਣ। ਤੇ ਸ਼ਹੀਦ ਭਗਤ ਸਿੰਘ ਦੇ ਦਾਦਾ ਜੀ ਇਕੱਲੇ ਮਤਲਬ ਕਿ ਬੰਦੇ ਖੜ ਗਏ ਬਾਹਰ, ਬਈ ਅਸੀਂ ਇਹਨੂੰ ਅੱਗ ਨਹੀਂ ਲਾਉਣ ਦੇਣੀ। ਕਹਿੰਦਾ ਕਿਉਂ ਨਹੀਂ ਲਾਉਣ ਦੇਣੀ? ਉਹਨੇ ਕਿਹਾ ਕਿ ਜੇ ਤੁਸੀਂ ਲਗਾਉਣੀ ਹੈ, ਜੇ ਤੁਸੀਂ ਸੱਚੀ ਮੁੱਚੀ ਕਹਿੰਦੇ ਕਿ ਉਹ ਜਰਮ ਮਾਰਨੇ ਹੈਗੇ ਨੇ, ਤਾਂ ਪਹਿਲਾਂ ਉਹ ਗਰੀਬਾਂ ਦੇ ਘਰ ਹੈਗੇ ਨੇ, ਉਹਨਾਂ ਗਰੀਬਾਂ ਦੇ ਘਰਾਂ ਨੂੰ ਪਹਿਲਾਂ ਬਣਾ ਕੇ ਦਿਓ। ਜਦ ਤੱਕ ਬਣਾ ਕੇ ਨਹੀਂ ਦਿਓਗੇ ਮੈਂ ਅੰਦਰ ਨਹੀਂ ਵੜਨ ਦੇਣਾ। ਉਹ ਇਕੱਲਾ ਬੰਦਾ ਮਤਲਬ ਕਿ ਪਿੰਡ ਦੇ ਬਾਹਰ ਖੜ ਗਿਆ। ਈਵਨ ਕਿ ਉਹਦੇ ਪਰਿਵਾਰ ਦੇ ਜਿਹੜੇ ਹੋਰ ਆਪਣੇ ਕਹਿ ਸਕਦੇ ਕਿ ਅਰਜਨ ਸਿੰਘ ਦੇ ਜਿਹੜੇ ਭਰਾ ਸੀਗੇ, ਉਹ ਜਿਹੜੇ ਸੀਗੇ ਉਸ ਅੰਗਰੇਜ਼ ਪੱਖੀ ਸੀਗੇ, ਉਹ ਅੰਗਰੇਜ਼ਾਂ ਦੇ ਨਾਲ ਮਤਲਬ ਕਿ ਖੜ ਗਏ ਉੱਥੇ। ਸੋ ਇਹ ਪਰਿਵਾਰ 2 ਹਿੱਸਿਆਂ 'ਚ ਵੰਡਿਆ ਗਿਆ, ਇੱਕ ਜਿਹੜਾ ਸੀਗਾ ਅੰਗਰੇਜ਼ ਪੱਖੀ ਹੋ ਗਿਆ, ਇੱਕ ਇਹ ਹੋ ਗਿਆ। ਯਾਨੀ ਕਿ ਇਹ ਮਤਲਬ ਕਿ ਸੋਚ ਸੀਗੀ ਲੋਕ ਪੱਖੀ ਆਪਾਂ ਕਹਿ ਸਕਦੇ ਹੈ ਕਿ ਜਿਹੜੀ ਆਪਣੇ ਨੇ ਦਾਦਾ ਜੀ ਦੀ ਸੀਗੀ। ਉਸ ਤੋਂ ਬਾਅਦ ਜੇ ਮੈਂ ਦੱਸਿਆ ਕਿ ਉਹਦੇ ਫਾਦਰ ਫਿਰ ਕਿਸ਼ਨ ਸਿੰਘ ਸਾਰੀ ਉਮਰ ਮਤਲਬ ਕਿ ਜਿਹੜੇ ਹੈਗੇ ਨੇ ਲੋਕਾਂ ਦੀ ਸੇਵਾ ਵਿੱਚ ਰਹੇ, ਤੇ ਜਿੱਥੇ ਕਿਤੇ ਵੀ ਮਤਲਬ ਕਿ ਲੋੜ ਹੁੰਦੀ ਸੀਗੀ ਲੋਕਾਂ ਦੀ ਉੱਥੇ ਪਹੁੰਚਦੇ ਸੀਗੇ। ਦੂਜੀ ਗੱਲ ਜਿਹੜੀ ਸੀਗੀ ਕਿ ਉਸ ਟਾਈਮ 'ਤੇ ਜਦੋਂ ਆਪਾਂ ਕਹਿੰਦੇ ਵੀ ਆਪਣੇ ਆਜ਼ਾਦੀ ਤੋਂ ਪਹਿਲਾਂ ਦੀ ਗੱਲ ਹੈਗੀ ਹੈ, ਜਾਤ ਪਾਤ ਦਾ ਬੜਾ ਮਸਲਾ ਸੀ, ਅੰਧ ਵਿਸ਼ਵਾਸ ਲੋਕਾਂ ਵਿੱਚ ਬਹੁਤ ਸੀਗਾ। ਤਾਂ ਉਹਨਾਂ ਨੇ ਮਤਲਬ ਕਿ ਸਵਾਮੀ ਦਇਆਨੰਦ ਦੇ ਪ੍ਰਭਾਵ ਹੇਠ ਆ ਕੇ ਨਾ ਆਰਿਆ ਸਮਾਜ ਕਬੂਲ ਕੀਤਾ। ਤੇ ਆਰਿਆ ਸਮਾਜ ਦੀ ਖਾਸੀਅਤ ਰਹੀ ਸੀਗੀ ਉਹ ਜਿਹੜੇ ਰੀਤੀ ਰਿਵਾਜ ਸੀਗੇ, ਜਿਹੜੀਆਂ ਕੁਰੀਤੀਆਂ ਸੀਗੀਆਂ ਸਮਾਜ ਦੀਆਂ, ਉਹਨਾਂ ਦੇ ਖਿਲਾਫ ਉਹਨਾਂ ਨੇ ਮਤਲਬ ਕਿ ਜਿਵੇਂ ਲੜਕੀਆਂ ਨੂੰ ਲੈ ਕੇ, ਬਰਾਬਰੀ ਨੂੰ ਲੈ ਕੇ, ਹੋਰ ਜਾਤ ਪਾਤ ਨੂੰ ਲੈ ਕੇ, ਛੂਆ-ਛਾਤ ਨੂੰ ਲੈ ਕੇ ਸਵਾਮੀ ਦਇਆਨੰਦ ਨੇ ਮਤਲਬ ਕਿ ਜਿਹੜਾ ਮਿਸ਼ਨ ਚਲਾਇਆ ਸੀਗਾ, ਜਿਹੜਾ ਬਾਅਦ ਵਿੱਚ ਆਰਿਆ ਸਮਾਜ ਮਤਲਬ ਕਿ ਦੇ ਤੌਰ 'ਤੇ ਮਕਬੂਲ ਹੋਇਆ, ਉਹ ਇਹਨਾਂ ਨੇ ਉਹ ਕੀਤਾ ਸੀਗਾ। ਯਾਨੀ ਕਿ ਇੱਕ ਪਰਿਵਾਰ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਵੀ ਭੇਦਭਾਵ ਵਾਲੀ, ਛੂਆ-ਛਾਤ ਵਾਲੀ ਗੱਲ, ਉਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀਗੀ। ਉਹਦਾ ਪ੍ਰਚਾਰ ਹੀ ਉਹਨਾਂ ਦੇ ਅੱਗੋਂ ਉਹਨਾਂ ਦੇ ਬੇਟੇ ਕ੍ਰਿਸ਼ਨ ਸਿੰਘ ਜਿਹੜੇ ਸੀਗੇ ਨਾ, ਉਹ ਉਹਦੇ ਵਿੱਚ ਹਿੱਸਾ ਲੈਂਦੇ ਹੁੰਦੇ ਸੀਗਾ। ਤਾਂ ਇਹ ਇੱਕ ਪਰਿਵਾਰਕ ਪਿਛੋਕੜ ਹੈਗਾ ਜਿਹੜਾ ਕਿ ਭਗਤ ਸਿੰਘ ਨੂੰ ਮਿਲਿਆ, ਤੇ ਜਿਹੜਾ ਜਿਸ ਨੂੰ ਆਪਾਂ ਕਹਿ ਸਕਦੇ ਹਾਂ ਕਿ ਉਹ ਅੱਗੋਂ ਉਹਨਾਂ ਦੀ ਪੂਰੀ ਜ਼ਿੰਦਗੀ ਦੇ ਵਿੱਚ ਕੰਮ ਆਇਆ। ਇੱਕ ਹੋਰ ਘਟਨਾ ਜਿਹੜੀ ਹੈਗੀ ਉਹਦੇ ਪਰਿਵਾਰ ਵੱਲੋਂ ਵੀ ਇਹ ਜਦ ਦੱਸੇ ਆਰਿਆ ਸਮਾਜੀ ਸੀਗੇ, ਤਾਂ ਜਦੋਂ ਇਹਨਾਂ ਨੇ ਨਾ ਇੱਕ ਰਸਮ ਹੁੰਦੀ ਹੈ ਕਿ ਜਨੇਊ ਪਾਉਣ ਦੀ, ਤਾਂ ਮਤਲਬ ਕਿ ਉਹਦੇ ਫਾਦਰ ਨੇ ਕਿਹਾ ਕਿ ਭਾਵੇਂ ਆਪਾਂ ਸਿੱਖ ਮਤਲਬ ਕਿ ਪਰੰਪਰਾ ਤੋਂ ਮਤਲਬ ਕਿ ਆਪਣੀ ਹੈਗੀ ਹੈ, ਕਿਉਂਕਿ ਇਹਦੀ ਦਾਦੀ ਸੀਗੀ ਉਹ ਕਾਫੀ ਮਤਲਬ ਕਿ ਸਟਰੋਂਗਲੀ ਸਿੱਖ ਧਰਮ ਨੂੰ ਮੰਨਦੀ ਸੀਗੇ ਤੇ ਬੜੇ ਉਹਦਾ ਸੀ। ਤਾਂ ਉਹਨਾਂ ਨੇ ਕਿਹਾ ਕਿ ਆਪਾਂ ਨਾ ਮਤਲਬ ਕਿ ਆਰਿਆ ਸਮਾਜ ਦੀ ਜਿਹੜੀ ਪਰੰਪਰਾ ਮੈਂ ਹੁਣ ਉਹਨੂੰ ਅਪਣਾਇਆ ਹੋਇਆ, ਤੇ ਮੈਂ ਜਨੇਊ ਪਾਉਣ ਦਾ ਕੰਮ ਮਤਲਬ ਕਿ ਕਰਨਾ ਹੈਗਾ। ਉਹਨਾਂ ਦੇ ਬੇਟੇ ਨੇ ਕਿਹਾ ਵੀ ਠੀਕ ਹੈ, ਜੋ ਤੁਸੀਂ ਮੰਨਦੇ ਹੋ ਆਪਾਂ ਉਹ ਕਰ ਲੈਂਦੇ ਹੈਗੇ ਆ। ਉਹਨੇ ਜਨੇਊ ਪਾਉਣ ਵਾਸਤੇ ਜਿਵੇਂ ਰਸਮ ਹੁੰਦੀ ਹੈ ਆਪਣੇ ਮਤਲਬ ਕਿ ਕੇਸ ਮਤਲਬ ਕਿ ਗੁੰਨਣ ਦੀ ਰਸਮ ਹੁੰਦੀ ਹੈ ਸਿੱਖਾਂ ਪਰੰਪਰਾ ਦੇ ਵਿੱਚ, ਉਵੇਂ ਹੀ ਮਤਲਬ ਕਿ ਜਨੇਊ ਪਾਉਣ ਦੀ ਰਸਮ ਸੀਗੀ। ਉਹਨਾਂ ਨੇ ਰਿਸ਼ਤੇਦਾਰ ਵਗੈਰਾ ਸਾਰੇ ਬੁਲਾਏ ਤੇ ਉਹਨਾਂ ਨੂੰ ਮਤਲਬ ਕਿ ਜਨੇਊ ਪਵਾਏ ਗਏ ਦੋਨੇ ਬੱਚਿਆਂ ਨੂੰ, ਉਦੋਂ ਭਗਤ ਸਿੰਘ ਤੇ ਜਗਤ ਸਿੰਘ ਨਾਲ ਉਹਨਾਂ ਦੇ ਉਹ ਵੀ ਸੀਗਾ, ਦੋਵਾਂ ਨੂੰ ਪਵਾਏ। ਤੇ ਜਦੋਂ ਉਹ ਪ੍ਰੋਗਰਾਮ ਹੋ ਗਿਆ ਤੇ ਜਿਹੜੀ ਸਾਰੀ ਸੰਗਤ ਆਈ ਵੀ ਸੀ, ਉਹਨਾਂ ਦੇ ਰਿਸ਼ਤੇਦਾਰ ਵਗੈਰਾ ਜਾਂ ਪਿੰਡ ਦੇ ਹੋਰ ਬੰਦੇ, ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਅੱਜ ਮੈਂ ਮਤਲਬ ਕਿ ਅਖੀਰ ਤੇ ਅੱਜ ਮੈਂ ਇਹ ਦੋਨੇ ਬੱਚੇ ਜਿਹੜੇ ਨੇ ਆਪਣੇ ਪੋਤੇ, ਇਹ ਦੇਸ਼ ਦੀ ਸੇਵਾ ਵਾਸਤੇ ਮੈਂ ਕੁਰਬਾਨ ਹੋਣ ਵਾਸਤੇ ਮੈਂ ਅੱਜ ਇਸ ਦੇਸ਼ ਨੂੰ ਸੌਂਪਦਾ ਹੈਗਾ ਜੀ, ਮਤਲਬ ਇਹ ਸਮਾਜ ਨੂੰ ਸੌਂਪਦਾ ਹੈਗਾ। ਇਹ ਮਤਲਬ ਕਿ ਉਹਨਾਂ ਨੇ ਮਤਲਬ ਕਿ ਉਦੋਂ ਭਗਤ ਸਿੰਘ ਭਾਵੇਂ ਛੋਟਾ ਸੀਗਾ, ਪਰ ਇਹ ਗੱਲ ਇੰਨਾ ਛੋਟਾ ਵੀ ਨਹੀਂ ਸੀ ਕਿ ਉਹਨੂੰ ਇਹ ਨਹੀਂ ਪਤਾ ਸੀ ਮੇਰੇ ਨਾਲ ਕੀ ਬੋਲਿਆ ਜਾਂ ਦਾਦਾ ਕੀ ਬੋਲ ਰਿਹਾ। ਇਹੀ ਗੱਲਾਂ ਜਿਹੜੀਆਂ ਨੇ ਉਹ ਬਾਅਦ ਵਿੱਚ ਜਦੋਂ ਉਹ ਘਰ ਛੱਡ ਕੇ ਜਾਂਦਾ ਹੈਗਾ ਤਾਂ ਉਹਨੂੰ ਪੁੱਛਦੀ ਹੈ ਵੀ ਜਦੋਂ ਵਿਆਹ ਹੋਣ ਦੀ ਗੱਲ ਹੁੰਦੀ ਹੈ, ਇੱਕ ਬਾਤ ਦੀ ਗੱਲ ਹੈ, ਜਦੋਂ ਵਿਆਹ ਹੋਣਾ ਹੁੰਦਾ ਉਹ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਭਗਤ ਸਿੰਘ, ਤੇ ਉਹ ਭਗਤ ਸਿੰਘ ਘਰੋਂ ਛੱਡ ਕੇ ਜਾਣਾ ਚਾਹੁੰਦਾ ਹੈਗਾ। ਤੇ ਉਹ ਲਿਖ ਕੇ ਚਿੱਠੀ ਜਾਂਦਾ ਹੈਗਾ ਕਿ ਜਿਵੇਂ ਮੈਨੂੰ ਮਤਲਬ ਕਿ ਦਾਦਾ ਜੀ ਨੇ ਮਤਲਬ ਕਿ ਮੈਨੂੰ ਤਾਂ ਸਮਾਜ ਦੇ ਸਮਰਪਿਤ ਕੀਤਾ ਸੀਗਾ, ਤਾਂ ਮੈਂ ਉਸੇ ਭਾਵਨਾ ਦੇ ਨੂੰ ਲੈ ਕੇ ਹੀ ਹੁਣ ਮੈਂ ਦੇਸ਼ ਸੇਵਾ ਵਾਸਤੇ ਮਤਲਬ ਕਿ ਨਿਕਲ ਰਿਹਾ ਹੈਗਾ, ਤੇ ਮੈਂ ਮਤਲਬ ਕਿ ਵਿਆਹ ਨਹੀਂ ਕਰਾਉਣਾ, ਤੇ ਮਤਲਬ ਕਿ ਮੈਂ ਹੁਣ ਮਤਲਬ ਕਿ ਮੇਰੀ ਪਹਿਲਾਂ ਹੀ ਆਲਰੇਡੀ ਮੈਨੂੰ ਦੇਸ਼ ਸੇਵਾ ਵਾਸਤੇ ਸਮਰਪਿਤ ਹੋ ਚੁੱਕਾ ਹੈਗਾ। ਤਾਂ ਉਹ ਇੱਕ ਜਿਹੜੀ ਸੀਗੀ ਜਿਹੜੀ ਦਾਦਾ ਜੀ ਦੀ ਟ੍ਰੈਡੀਸ਼ਨ ਹੈਗੀ ਹੈ, ਉਹ
ਭਗਤ ਸਿੰਘ ਦੇ ਉੱਤੇ ਕਾਫੀ ਅਖੀਰਲੇ ਸਮੇਂ ਤੱਕ ਹਾਵੀ ਰਹੀ। ਜੀ, ਤੁਸੀਂ ਡਾਕਟਰ ਸਾਹਿਬ ਇੱਕ ਕਿਤਾਬ ਜਿਹੜੀ ਆ ਬਾਲ ਭਗਤ ਸਿੰਘ ਜਿਹੜੀ ਆ ਉਹ ਲਿਖੀ, ਜਿਹੜੀ ਇੱਥੇ ਪਿੱਛੇ ਵੀ ਜਿਹੜੀ ਆ ਉਹ ਨਜ਼ਰ ਆ ਰਹੀ ਹੈ, ਇਹਦੇ ਵਿੱਚ ਤੁਸੀਂ ਕੀ ਕੁਛ ਜਿਹੜਾ ਆ ਉਹ ਲੈ ਕੇ ਆਂਦਾ ਆ? ਬਾਲ ਭਗਤ ਸਿੰਘ ਦੇ ਜਿਸ ਤਰ੍ਹਾਂ ਮੈਂ ਤੁਹਾਨੂੰ ਆਪਾਂ ਜਿਹੜੀ ਗੱਲਾਂ ਕੀਤੀਆਂ ਨੇ ਉਹ ਸਾਰੀਆਂ ਬਾਲ ਭਗਤ ਸਿੰਘ ਦਾ ਹੀ ਵਿਸ਼ਾ ਹੈਗੀਆਂ ਨੇ ਜੀ। ਇਹ ਮਤਲਬ ਕਿ ਦਰਅਸਲ ਇੱਕ ਘਟਨਾ ਸੀਗੀ ਜਿਸ ਨੇ ਮੈਨੂੰ ਇਹ ਕਿਤਾਬ ਲਿਖਣ ਦੇ ਵਾਸਤੇ ਪ੍ਰੇਰਿਆ। ਉਹ ਇਹ ਸੀਗੀ ਕਿ ਆਪਣੇ ਜਲਿਆਂਵਾਲੇ ਬਾਗ ਦਾ ਜਿਹੜਾ ਕਾਂਡ ਹੁੰਦਾ 1919 ਦੇ ਵਿੱਚ, ਜਦੋਂ ਮਤਲਬ ਕਿ ਆਪਣੇ ਸ਼ਹੀਦ ਭਗਤ ਸਿੰਘ ਤਕਰੀਬਨ ਕੋਈ 11.5-12 ਸਾਲ ਦਾ ਹੈਗਾ, ਉਸ ਵਕਤ ਮਤਲਬ ਕਿ ਕਿਉਂਕਿ ਉਹਨਾਂ ਲਾਹੌਰ ਦੇ ਵਿੱਚ ਰਹਿੰਦੇ ਸੀਗੇ, ਮਤਲਬ ਕਿ ਉਸ ਵਕਤ ਯਾਨੀ ਕਿ ਪਹਿਲਾਂ ਉੱਥੇ ਪਿੰਡ ਬੰਗੇ ਰਹਿੰਦੇ ਸੀਗੇ, ਜਿਹੜਾ ਉੱਥੇ ਪਾਕਿਸਤਾਨ ਵਾਲਾ ਹੈਗਾ ਜਿਹੜਾ ਹਿੱਸਾ ਜਿੱਥੇ ਇਹ ਗਏ ਸੀਗੇ, ਤੇ ਪਰ ਉਦੋਂ ਉਹਨਾਂ ਦੇ ਫਾਦਰ ਉਹਨੂੰ ਮਤਲਬ ਕਿ ਪੜ੍ਹਾਉਣ ਦੇ ਵਾਸਤੇ ਲਾਹੌਰ ਲੈ ਆਏ ਸੀਗੇ। ਉਦੋਂ ਇਹ ਮਤਲਬ ਕਿ ਉੱਥੇ DAV ਸਕੂਲ ਦੇ ਵਿੱਚ ਪੜ੍ਹਦਾ ਸੀਗਾ, ਤੇ ਜਦੋਂ ਇਹ ਘਟਨਾ ਵਾਪਰੀ ਤਾਂ ਸਾਰਾ ਹਿੰਦੁਸਤਾਨ ਹੀ ਹਿੱਲ ਗਿਆ ਸੀਗਾ। ਤੇ ਜਿਹੜੀ ਘਟਨਾ ਇੱਥੇ ਮਤਲਬ ਕਿ ਵਾਪਰੀ ਸੀਗੀ ਜਲਿਆਂਵਾਲੇ ਬਾਗ ਦੇ ਵਿੱਚ, ਉਹ ਕਿਉਂਕਿ ਕਾਲ ਸੀਗੀ ਆਪਣੇ ਇੱਥੋਂ ਦੇ ਲੋਕਾਂ ਦੀ, ਆਪਣੇ ਅੰਮ੍ਰਿਤਸਰ ਦੇ ਲੋਕਾਂ ਦੀ, ਹੈ ਨਾ, ਉੱਥੇ ਮਤਲਬ ਕਿ ਉਸ ਜਲਸੇ ਦੇ ਵਿੱਚ ਸੋ ਕਾਲ ਮਤਲਬ ਕਿ ਅੰਮ੍ਰਿਤਸਰ ਦੇ ਲੋਕ ਵੀ ਸੀਗੇ, ਨੇੜੇ ਦੇ ਪਿੰਡਾਂ ਦੇ ਵੀ ਸੀਗੇ, ਕੁਝ ਲੋਕ ਲਾਹੌਰ ਦੇ ਵੀ ਸੀਗੇ। ਤਾਂ ਉਸ ਜਦੋਂ ਉਹ ਘਟਨਾ ਵਾਪਰ ਗਈ ਤਾਂ ਉਹ ਸਾਰਾ ਹਿੰਦੁਸਤਾਨ ਹਿੱਲ ਗਿਆ, ਤੇ ਇਹਨਾਂ ਦੇ ਘਰੇ ਵੀ ਉਹ ਘਟਨਾ ਤਾਂ ਨੈਚੁਰਲੀ ਪਤਾ ਲੱਗਣਾ ਸੀ, ਕਿਉਂਕਿ ਇਹ ਸਾਰਾ ਪਰਿਵਾਰ ਹੀ ਮਤਲਬ ਕਿ ਇਸ ਕ੍ਰਾਂਤੀਕਾਰੀ ਲਹਿਰ ਦੇ ਨਾਲ ਜੁੜਿਆ ਹੋਇਆ ਸੀਗਾ। ਜਦੋਂ ਉਹਨੂੰ ਪਤਾ ਲੱਗਿਆ, ਮਤਲਬ ਕਿ ਜੇ ਆਪਾਂ ਮਤਲਬ ਕਿ ਮੈਂ ਪੜ੍ਹਿਆ ਇੱਕ ਜਿਹੜੇ ਆਪਣੇ ਮਲਵਿੰਦਰ ਸਿੰਘ ਹੈਗੇ ਆ ਜਿਨ੍ਹਾਂ ਨੇ ਖੋਜ ਕੀਤੀ ਹੈ ਭਗਤ ਸਿੰਘ ਦੇ ਉੱਪਰ, ਉਹਨਾਂ ਨੇ ਕਿਹਾ ਵੀ ਉਸ ਰਾਤ ਜੋ ਉਹਨਾਂ ਨੇ ਮਤਲਬ ਲਿਖਿਆ ਕਿ ਮੈਨੂੰ ਲੱਗਦਾ ਹੈ, ਆਪਾਂ ਸਾਰੇ ਹੀ ਕਹਿ ਸਕਦੇ ਵੀ ਜਿਹੜਾ ਬੰਦਾ ਬੜਾ ਸੰਵੇਦਨਸ਼ੀਲ ਹੋਵੇ ਉਹ ਉਸ ਰਾਤ ਕਹਿੰਦਾ ਸੁੱਤਾ ਨਹੀਂ, ਮਤਲਬ ਕਿ ਉਹਨਾਂ ਜਿਸ ਦਿਨ ਮਤਲਬ ਕਿ ਇਹ ਵਾਪਰਿਆ ਹੋਊਗਾ। ਤੇ ਉਹ ਉਸ ਦੀ ਮਤਲਬ ਕਿ ਜ਼ਿੰਦਗੀ ਦੀਆਂ ਹੋਰ ਵੀ ਕਈ ਘਟਨਾਵਾਂ ਹੈਗੇ ਨੇ ਜਿਸ 'ਚ ਉਹਨੇ ਨਾ ਮਤਲਬ ਕਿ ਸਵੇਰੇ ਉੱਠਿਆ ਸਕੂਲ ਜਾਣ ਵਾਸਤੇ ਭਗਤ ਸਿੰਘ, ਤੇ ਉਹ ਸਕੂਲ ਨਹੀਂ ਗਿਆ, ਉਹ ਸਟੇਸ਼ਨ 'ਤੇ ਚਲਾ ਗਿਆ, ਲਾਹੌਰ ਸਟੇਸ਼ਨ 'ਤੇ, ਅੰਮ੍ਰਿਤਸਰ ਆਉਣ ਵਾਲੀ ਰੇਲ ਗੱਡੀ ਦੇ ਉੱਤੇ ਬੈਠ ਕੇ ਤੇ ਅੰਮ੍ਰਿਤਸਰ ਆ ਗਿਆ। ਉਹਨੇ ਮਤਲਬ ਕਿ ਆਪ ਆ ਕੇ ਅੱਖੀਂ ਮਤਲਬ ਕਿ ਜਲਿਆਂਵਾਲੇ ਬਾਗ ਵਿੱਚ ਜਿਹੜੀਆਂ ਰਾਤ 13 ਤਰੀਕ ਨੂੰ ਮਤਲਬ ਕਿ ਆਪਣੇ ਅਪ੍ਰੈਲ ਨੂੰ ਕਾਂਡ ਹੋਇਆ, ਤੇ 14 ਤਰੀਕ ਸਵੇਰੇ ਸਾਰੀਆਂ ਲਾਸ਼ਾਂ ਨਾਲ ਭਰਿਆ ਪਿਆ ਸੀਗਾ, ਕਿਉਂਕਿ ਰਾਤ ਹੋ ਗਈ ਸੀਗੀ, ਰਾਤ ਕਰਫਿਊ ਸੀਗਾ, ਤੇ ਜਿਹੜੀਆਂ ਲਾਸ਼ਾਂ ਸੀਗੀਆਂ ਜਾਂ ਮਤਲਬ ਕਿ ਜ਼ਖਮੀ ਲੋਕ ਵੀ ਸੀਗੇ ਸਾਰੀ ਰਾਤ ਉੱਥੇ ਪਈ ਕੁਰਲਾਉਂਦੇ ਰਹੇ ਸੀਗੇ। ਤਾਂ ਉਹਨੇ ਉਹ ਆ ਕੇ ਸਵੇਰੇ ਉਹ ਸਾਰਾ ਦੇਖਿਆ, ਖੂਨ ਨਾਲ ਲੱਥਪੱਥ ਸਾਰੀ ਜ਼ਮੀਨ ਮਤਲਬ ਕਿ ਜਿਹੜੀ ਸੀਗੀ ਜਲਿਆਂਵਾਲੇ ਬਾਗ ਦੀ ਉਹ ਦੇਖੀ। ਤਾਂ ਮਤਲਬ ਇਹ ਸੀਗਾ ਵੀ ਆਪਾਂ ਆਪ ਸੋਚ ਸਕਦੇ ਵੀ 11.5-12 ਸਾਲ ਦਾ ਬੱਚਾ ਹੈਗਾ, ਤੇ ਉਹਨੇ ਕਿਵੇਂ ਸੋਚ ਲਿਆ ਕਿ ਮੈਂ ਉੱਥੇ ਜਾ ਕੇ ਆਪਣੀ ਅੱਖੀਂ ਉਹ ਦੇਖ ਕੇ ਆਉਣਾ ਦ੍ਰਿਸ਼ ਜੋ ਕੱਲ੍ਹ ਵਾਪਰਿਆ ਹੈਗਾ। ਤਾਂ ਤੇ ਉਹ ਸੋਚਿਆ ਕਿ ਵੀ ਮੈਨੂੰ 11.5 ਸਾਲ ਦੇ ਵਿੱਚ ਕੀ ਵਾਪਰਿਆ ਹੋਊਗਾ। ਤੇ ਉਹ ਮੇਰੇ ਸਿਵਾ ਦਿਮਾਗ ਦੇ ਵਿੱਚ ਵੀ ਮੈਂ ਉਹਨੂੰ ਖੋਜ ਕਰਨ ਦੀ ਕੋਸ਼ਿਸ਼ ਕੀਤੀ, ਜਿਵੇਂ ਆਪਾਂ ਗੱਲਾਂ ਕੀਤੀਆਂ ਨੇ ਸਰਦਾਰ ਅਰਜਨ ਸਿੰਘ ਬਾਰੇ, ਅਜੀਤ ਸਿੰਘ ਬਾਰੇ। ਇਹਦੀ ਜਿਹੜੀ ਚਾਚੀ ਸੀਗੀ ਅਜੀਤ ਸਿੰਘ ਦੀ ਜਿਹੜੀ ਵਾਈਫ ਸੀਗੀ, ਉਹਦੇ ਨਾਲ ਇਹਦਾ ਬੜਾ ਪਿਆਰ ਸੀਗਾ, ਕਿਉਂਕਿ 2 ਬੇਟੇ ਸੀਗੇ, ਤੇ ਇਹ ਉਹਦੇ ਕੋਲ ਹੀ ਪਲਿਆ, ਕਹਿ ਲਓ ਉਹਦੇ ਨਾਲ ਹੀ ਰਾਤੀ ਸੌਂਦਾ ਸੀਗਾ, ਤੇ ਉਹਨੂੰ ਛੋਟੀ ਮਾਂ ਹੀ ਕਹਿੰਦਾ ਸੀਗਾ। ਤਾਂ ਉਹ ਫਿਰ ਉਹਨੂੰ ਅਜੀਤ ਸਿੰਘ ਦੇ ਕਿੱਸੇ ਸੁਣਾਉਂਦੀ ਹੁੰਦੀ ਸੀਗੀ, ਕਿਉਂਕਿ ਜਦੋਂ ਉਹ ਇਕੱਲੀ ਸੀਗੀ ਤਾਂ ਉਹ ਅਜੀਤ ਸਿੰਘ ਨੂੰ ਤਾਂ ਮਤਲਬ ਦੇਸ਼ ਹੀ ਨਿਕਾਲਾ ਹੋ ਗਿਆ, ਜਾਂ ਉਹ ਆਪ ਹੀ ਚਲਾ ਗਿਆ ਦੇਸ਼ ਛੱਡ ਕੇ, ਤਾਂ ਉਹ ਉਹਦੇ ਕੋਲ ਸੀਗਾ। ਤਾਂ ਉਹ ਇੱਕ ਬਾਲ ਕਾਂਡ ਹੈਗਾ ਸੀਗਾ। ਫਿਰ ਮੈਂ ਥੋੜ੍ਹਾ ਜਿਹਾ ਇਹਨੂੰ ਅੱਗੇ ਲੈ ਕੇ ਗਿਆ ਵੀ ਜਦੋਂ ਇਹਦੇ ਵਿਆਹ ਦੀ ਗੱਲ ਹੁੰਦੀ ਹੈਗੀ ਹੈ, ਘਰ ਦੇ 'ਚ ਵਿਆਹ ਦਾ ਚਰਚਾ ਹੁੰਦੀ ਹੈ ਵੀ ਇਹਦਾ ਵਿਆਹ ਕਰਨਾ ਹੈਗਾ, ਇਹ ਵਿਆਹ ਨਹੀਂ ਕਰਾਉਣਾ ਚਾਹੁੰਦਾ, ਤੇ ਫਿਰ ਜਦੋਂ 16 ਸਾਲ ਦੀ ਉਮਰ ਹੈਗੀ ਹੈ ਜਦੋਂ ਇਹ ਫਿਰ ਘਰ ਛੱਡ ਕੇ ਚਲਾ ਜਾਂਦਾ ਹੈਗਾ। ਇਹ ਯਾਨੀ ਕਿ ਜਨਮ ਤੋਂ ਲੈ ਕੇ ਤੇ ਉਹਦੇ ਘਰ ਛੱਡਣ ਤੱਕ ਦੀ ਮਤਲਬ ਕਿ ਉਸ ਤੋਂ ਬਾਅਦ ਘਰ ਛੱਡ ਕੇ ਉਹ ਕਾਨਪੁਰ ਚਲਾ ਜਾਂਦਾ ਹੈਗਾ ਕ੍ਰਾਂਤੀ ਕਾਰਿਆ ਕੋਲੋਂ, ਹੈ ਨਾ, ਉੱਥੋਂ ਤੱਕ ਦੀ ਇਹ ਜਿਹੜੀ ਬਾਲ ਮਤਲਬ ਕਿ ਹੈਗੀ। ਉਸ ਤੋਂ ਬਾਅਦ ਤਾਂ ਬਹੁਤ ਲੋਕਾਂ ਨੇ ਲਿਖਿਆ ਹੈਗਾ, ਬਹੁਤ ਲੋਕਾਂ ਦੇ ਕੋਲ ਬੜੀਆਂ ਗੱਲਾਂ ਹੈਗੀਆਂ ਨੇ, ਫਿਲਮਾਂ ਵੀ ਬਣੀਆਂ ਹੈਗੀਆਂ ਨੇ, ਪਰ ਬਚਪਨ ਦੇ ਉੱਤੇ ਬਹੁਤੀ ਗੱਲ ਨਹੀਂ ਹੋਈ ਸੀ। ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਮੇਰਾ ਫੋਕਸ ਹੈਗਾ ਕਿ ਆਪਾਂ ਉਹ ਦੇਖੀਏ ਵੀ ਕੋਈ ਸ਼ਖਸੀਅਤ ਬਣਦੀ ਕਿਵੇਂ, ਉਸਰਦੀ ਕਿਵੇਂ ਹੈ, ਉਹ ਸ਼ਖਸੀਅਤ ਉਸਾਰੀ ਦਾ ਜਿਹੜਾ ਪੱਖ ਹੈਗਾ ਉਹ ਬਾਲ ਭਗਤ ਸਿੰਘ ਦੀ ਵਿਸ਼ਾ ਹੈਗਾ। ਜੀ ਡਾਕਟਰ ਸਾਹਿਬ, ਜਿਵੇਂ ਅਸੀਂ ਗੱਲ ਕਰਦੇ ਹਾਂ ਹਿਸਟਰੀ ਦੇ ਵਿੱਚ ਭਗਤ ਸਿੰਘ ਨੂੰ ਜਿਹੜੀਆਂ ਤਸਵੀਰਾਂ ਵੀ ਦੇਖਦੇ ਹਾਂ, ਕਿਤੇ ਕਿਤਾਬ ਜਿਹੜੀ ਆ ਹੱਥ ਦੇ ਵਿੱਚ ਆ, ਪਿਸਤੌਲ ਫੜਿਆ ਆ, ਅਸਲ ਦੇ ਵਿੱਚ ਭਗਤ ਸਿੰਘ ਜਿਹੜਾ ਆ ਉਸ ਦੀ ਸੋਚ ਜਿਹੜੀ ਆ ਉਹ ਕੀ ਸੀਗੀ? ਨਹੀਂ ਦੇਖੋ, ਸੋਚ ਤਾਂ ਜਿਹੜੀ ਆਪਾਂ ਮਤਲਬ ਕਿ ਜੇ ਆਪਾਂ ਦੇਖੀਏ ਤਾਂ ਸੋਚ ਦਾ ਜਿਹੜੀ ਸਮਾਜ ਦੇ ਨਾਲ ਜੁੜੀ ਹੋਈ ਸੋਚ ਸੀਗੀ ਵੀ ਸਮਾਜ ਵਧੀਆ ਹੋਣਾ ਚਾਹੀਦਾ ਹੈ। ਅਤੇ ਆਪਾਂ ਮਤਲਬ ਕਿ ਜੇ ਆਪਾਂ ਦੇਖੀਏ ਤਾਂ ਜੋ ਮਾਹੌਲ ਉਸ ਵਕਤ ਚੱਲ ਰਿਹਾ ਸੀਗਾ, ਜਲਿਆਂਵਾਲੇ ਬਾਗ ਦਾ ਕਾਂਡ, ਇਹ ਨਹੀਂ ਕਿ ਵੀ ਚਲੋ ਉਹ ਆ ਕੇ ਦੇਖ ਕੇ ਚਲਾ ਗਿਆ ਵੀ ਕਿਉਂ ਵਾਪਰਿਆ ਹੋਊਗਾ। ਉਸ ਵਕਤ ਰੋਲਟ ਐਕਟ ਦੀ ਗੱਲ ਹੈਗੀ ਹੈ, ਉਹਨੂੰ ਰੋਲਟ ਐਕਟ ਦਾ ਵੀ ਮਤਲਬ ਕਿ ਇਸ ਗੱਲ ਦਾ ਜ਼ਰੂਰ ਪਤਾ ਹੋਊਗਾ ਜਾਂ ਉਹਨੇ ਪੜ੍ਹਿਆ ਹੋਊਗਾ ਬਾਅਦ ਦੇ ਵਿੱਚ ਵੀ ਜਿਹੋ ਜਿਹੇ ਕਾਨੂੰਨ ਬਣ ਰਹੇ ਸੀ, ਵੀ ਅੰਗਰੇਜ਼ਾਂ ਦੀ ਜੋ ਹੁਕੂਮਤ ਸੀਗੀ ਉਸ ਤੋਂ ਮਤਲਬ ਕਿ ਛੁਟਕਾਰਾ ਪਾਉਣ ਦੀ ਗੱਲ ਹੈਗੀ ਹੈ। ਉਹ ਫਿਰ ਪਹਿਲਾਂ ਤਾਂ ਨੈਚੁਰਲੀ ਜਦੋਂ ਅੰਗਰੇਜ਼ ਇਸ ਤਰ੍ਹਾਂ ਕਰ ਰਹੇ ਨੇ, ਜਲਿਆਂਵਾਲੇ ਬਾਗ ਵਰਗੇ ਕਾਂਡ ਕਰ ਰਹੇ ਨੇ, ਜਾਂ ਹੋਰ ਮਤਲਬ ਕਿ ਇਸ ਤਰ੍ਹਾਂ ਦੀ ਤਸ਼ੱਦਦ ਕਰ ਰਹੇ ਹੈਗੇ ਨੇ ਲੋਕਾਂ ਦੀ, ਹਿੰਦੁਸਤਾਨ ਦੇ ਲੋਕਾਂ ਦੇ ਉੱਤੇ, ਤਾਂ ਉਸ ਦੇ ਅੰਦਰ ਜਿਹੜਾ ਹੁਣ ਜਵਾਨੀ ਹੈਗੀ ਹੈ, ਜਵਾਨੀ ਦੇ ਜੋਸ਼ੀਲਾ ਜੋਸ਼ ਵੀ ਹੁੰਦਾ ਹੈਗਾ, ਤਾਂ ਉਸ ਜੋਸ਼ ਦੇ ਵਿੱਚ ਉਹਨੇ ਮਤਲਬ ਕਿ ਠੀਕ ਹੈ ਕਿ ਬੰਦੂਕ ਵੀ ਫੜੀ, ਸਾਂਡਰਸ ਦਾ ਮਤਲਬ ਕਿ ਗੋਲੀ ਵੀ ਚਲਾਈ ਸਾਂਡਰਸ ਦੇ ਮਤਲਬ ਕਿ ਉਸਦੇ, ਤੇ
ਪਰ ਹੌਲੀ ਹੌਲੀ ਜਦੋਂ ਉਹਨੇ ਦੇਖਿਆ ਵੀ ਇਹ ਬਹੁਤੀਆਂ ਚੀਜ਼ਾਂ ਕੰਮ ਨਹੀਂ ਆਉਣੀਆਂ, ਉਸ ਵਕਤ ਜੇ ਆਪਾਂ ਕਹੀਏ ਤਾਂ ਜਿਹੜਾ ਇੱਕ ਹੋਰ ਪੜਾਅ ਨਾਲ ਜੁੜਦਾ ਹੈਗਾ ਕਿ ਉਹ ਪੜਾਅ ਜੁੜਦਾ ਹੈਗਾ ਕਿ 1917 ਦੇ ਵਿੱਚ ਰੂਸ ਦੀ ਕ੍ਰਾਂਤੀ ਆਉਂਦੀ ਹੈਗੀ ਹੈ ਨਾ। ਰੂਸ ਦੀ ਜਿਹੜੀ ਕ੍ਰਾਂਤੀ ਹੁੰਦੀ ਹੈ ਤਾਂ ਜਿਹੜੇ ਉੱਥੋਂ ਦੇ ਕੁਝ ਲੋਕ ਉੱਥੋਂ ਆਉਂਦੇ ਆ ਰੂਸ ਤੋਂ, ਕੁਛ ਇੱਕ ਲਿਟਰੇਚਰ ਆਉਂਦਾ ਹੈਗਾ, ਮਤਲਬ ਕਿ ਜਿਹੜਾ ਉਸ ਕ੍ਰਾਂਤੀਕਾਰੀ ਲਿਟਰੇਚਰ ਹੈ ਤਾਂ ਉਹ ਫਿਰ ਪੜ੍ਹਨ ਵਾਲੇ ਪਾਸੇ ਪੈਂਦਾ ਹੈ। ਅਤੇ ਪੜ੍ਹਨ ਵਾਲੇ ਪਾਸੇ ਪੈਂਦਾ ਤਾਂ ਉੱਥੇ ਜਿਹੜੀ ਆਪਾਂ ਕਹਿ ਸਕਦੇ ਲਾਹੌਰ ਦੇ ਵਿੱਚ ਦਵਾਰਕਾ ਦਾਸ ਲਾਇਬ੍ਰੇਰੀ ਹੈਗੀ ਹੈ, ਉਹਦੇ 'ਚ ਜਾਣਾ, ਆਪਣਾ ਨੈਸ਼ਨਲ ਕਾਲਜ ਦੀ ਲਾਇਬ੍ਰੇਰੀ ਹੈਗੀ ਹੈ ਉਹਦੇ ਵਿੱਚ ਜਾਣਾ। ਤਾਂ ਲਾਇਬ੍ਰੇਰੀ ਦੇ ਵਿੱਚ ਜਿਹੜਾ ਹੈਗਾ ਕਿਤਾਬਾਂ ਪੜ੍ਹਨ ਦਾ ਅਤੇ ਉਹ ਕਿਤਾਬਾਂ ਪੜ੍ਹ ਕੇ ਆਪਸ ਵਿੱਚ ਡਿਸਕਸ ਕਰਨ ਦਾ ਉਹਨਾਂ ਨੇ ਮਤਲਬ ਕਿ ਨਾਟਕ ਮੰਡਲੀ ਬਣਾਈ ਜਦੋਂ ਉਹ ਮਤਲਬ ਕਿ ਨੈਸ਼ਨਲ ਕਾਲਜ ਦੇ ਵਿੱਚ ਗਏ ਹੈਗੇ ਆ। ਤਾਂ ਉਹ ਡਰਾਮਾ ਮੰਡੀ ਦਾ ਮਕਸਦ ਵੀ ਸੀਗਾ ਵੀ ਆਪਾਂ ਲੋਕਾਂ 'ਚ ਜਾ ਕੇ ਅਤੇ ਮਤਲਬ ਕਿ ਆਪਣੇ ਨਾਟਕ ਵਗੈਰਾ ਕਰਾਂਗੇ। ਤਾਂ ਇਹ ਫਿਰ ਜਿਹੜੀ ਪ੍ਰੋਸੈਸ ਹੈਗੀ ਹੈ। ਦੂਜੀ ਫਿਰ ਕਿਤਾਬਾਂ ਦੀ ਜਿਹੜੀ ਜੁੜਦੀ ਹੈ, ਉਹਨੇ ਖੁਦ ਲਿਖਿਆ ਹੈਗਾ ਵੀ ਜੇ ਕਿਸੇ ਦੇ ਨਾਲ ਦਲੀਲ ਨਾਲ ਗੱਲ ਕਰਨੀ ਹੈ ਤਾਂ ਫਿਰ ਤੁਹਾਨੂੰ ਕਿਤਾਬਾਂ ਪੜ੍ਹਨੀਆਂ ਪੈਣਗੀਆਂ। ਕਿਤਾਬਾਂ ਪੜ੍ਹੂੰਗਾ ਤਾਂ ਹੁਣ ਕਿਉਂਕਿ ਆਪਾਂ ਹਵਾ ਵਿੱਚ ਤੀਰ ਨਹੀਂ ਚਲਾ ਸਕਦੇ, ਇਸ ਕਰਕੇ ਤੁਹਾਨੂੰ ਮਤਲਬ ਕਿ ਪੂਰੀ ਪੁਖਤਾ ਤਰੀਕੇ ਦੇ ਨਾਲ ਜਾਣਕਾਰੀ ਇਕੱਠੀ ਕਰਕੇ ਮਤਲਬ ਕਿ ਜਿਹੜਾ ਹੈਗਾ ਤੁਹਾਨੂੰ ਕਿਤਾਬਾਂ ਦਾ ਸਹਾਰਾ ਲੈਣਾ ਪਏਗਾ ਅਤੇ ਤੁਹਾਨੂੰ ਇੱਕ ਵਧੀਆ ਮਤਲਬ ਕਿ ਵਿਚਾਰਕ ਬਣਨਾ ਪਏਗਾ। ਤੁਸੀਂ ਦੇਖੋ ਵੀ ਜਦੋਂ ਆਪਣੇ ਬੰਬ ਸੁੱਟਣ ਦੀ ਗੱਲ ਆਉਂਦੀ ਹੈਗੀ ਹੈ ਵੀ ਆਪਾਂ ਮਤਲਬ ਕਿ ਉਦੋਂ ਵੀ 2 ਕਾਨੂੰਨ ਪਾਸ ਕਰ ਰਹੇ ਸੀਗੇ ਅੰਗਰੇਜ਼ ਸਰਕਾਰ, ਉਹ ਅਸੈਂਬਲੀ 'ਚ ਕਾਨੂੰਨ ਪਾਸ ਹੋਣੇ ਸੀਗੇ ਅਤੇ ਅਸੈਂਬਲੀ 'ਚ ਗਏ ਹੈਗੇ ਨੇ, ਇਹ ਬੰਬ ਲੈ ਕੇ ਗਏ। ਅਤੇ ਬੰਬ ਦੀ ਇਹਨਾਂ ਦੇ ਬਾਰੇ ਗੱਲ ਆਉਂਦੀ ਹੈ ਜਿਹਦੇ ਬਾਰੇ ਕਿਹਾ ਵੀ ਇਹ ਅੱਤਵਾਦੀ ਸੀਗਾ, ਬੰਬ ਸੁੱਟਣ ਵਾਲਾ ਬੰਦਾ ਅੱਤਵਾਦੀ ਹੋਊਗਾ। ਪਰ ਉਹਦੀ ਹਿਸਟਰੀ ਹੈਗੀ ਵੀ ਉਹਨੇ ਬਿਲਕੁਲ ਉੱਥੇ ਮਤਲਬ ਕਿ ਖਾਲੀ ਥਾਂ ਦੇ ਕੁਰਸੀਆਂ ਸੀਗੀਆਂ, ਉੱਥੇ ਉਹਨਾਂ ਨੂੰ ਬੰਬ ਸੁੱਟਿਆ ਹੈਗਾ। ਉਹਨਾਂ ਦਾ ਮਕਸਦ ਹੀ ਨਹੀਂ ਸੀਗਾ ਕਿਸੇ ਨੂੰ ਮਾਰਨਾ, ਉਹ ਤਾਂ ਸਿਰਫ ਇਹ ਸੀਗਾ ਜਿਹੜਾ ਉਹਨਾਂ ਨੇ ਕਿਹਾ ਕਿ ਅਸੀਂ ਸਿਰਫ ਤੁਹਾਨੂੰ ਦੱਸਣ ਆਏ ਹੈਗੇ ਆ ਵੀ ਜਿਵੇਂ ਬੋਲਿਆਂ ਦੇ ਕੰਨ ਖੋਲ੍ਹਣੇ ਹੁੰਦੇ ਨੇ, ਅਸੀਂ ਉਹ ਕੰਮ ਕਰਨ ਆਏ ਹੈਗੇ ਆ। ਅਤੇ ਉਹ ਭੱਜੇ ਨਹੀਂ ਹੈਗੇ, ਉਹ ਜਾਣ ਬੁੱਝ ਕੇ ਜਦੋਂ ਮਤਲਬ ਇਹਦੇ ਵਿੱਚ ਇਹ ਇਤਿਹਾਸ ਦੀ ਗੱਲ ਮਿਲਦੀ ਹੈ ਕਿ ਭਗਤ ਸਿੰਘ ਦੀ ਥਾਂ 'ਤੇ ਕੋਈ ਹੋਰ ਭੇਜ ਰਹੇ ਸੀਗੇ ਸਾਥੀ ਵੀ ਤੂੰ ਜਾ ਮਤਲਬ ਕਿ ਬੰਬ ਸੁੱਟ ਗਿਆ ਵੀ ਭਗਤ ਸਿੰਘ ਜਾਊਗਾ ਤਾਂ ਇਹ ਤਾਂ ਇਹੋ ਜਿਹਾ ਵਾਕਿਆ ਹੈਗਾ ਕਿ ਬੜਾ ਵੀ ਜਾਊਗਾ, ਫੜਿਆ ਜਾਊਗਾ। ਤਾਂ ਭਗਤ ਸਿੰਘ ਨੇ ਕਿਹਾ ਕਿ ਇਹ ਜਾਊਂਗਾ, ਮੈਂ ਹੀ ਜਾਊਂਗਾ ਅਤੇ ਫੜਿਆ ਵੀ ਜਾਵਾਂਗੇ, ਅਸੀਂ ਚਾਹਾਂਗੇ ਕਿ ਅਸੀਂ ਫੜੇ ਜਾਈਏ। ਉਹਨੇ ਦੱਸਿਆ ਵੀ ਕਾਰਨ ਕੀ ਹੈਗਾ, ਕਹਿੰਦਾ ਫਿਰ ਆਪਣੇ ਸਿਰ ਕੇਸ ਚੱਲੂਗਾ ਤਾਂ ਫਿਰ ਕੇਸ ਦੇ ਵਿੱਚ ਆਪਾਂ ਉੱਥੇ ਆਪ ਲੜਾਂਗੇ ਕੇਸ, ਅਤੇ ਆਪ ਜਿਹੜੇ ਵਿਚਾਰ ਰੱਖਾਂਗੇ ਉਹ ਸਵੇਰੇ ਅਖਬਾਰਾਂ 'ਚ ਛਪਿਆ ਕਰਨਗੇ। ਆਪਣੀ ਜਿਹੜੀ ਗੱਲ ਹੈ ਵੀ ਅਸੀਂ ਚਾਹੁੰਦੇ ਕੀ ਹੈ, ਅਸੀਂ ਕਿਹੋ ਜਿਹਾ ਦੇਸ਼ ਚਾਹੁੰਦੇ ਹਾਂ, ਕਿਹੋ ਜਿਹੇ ਅਸੀਂ ਲੋਕ ਹੈ, ਸਾਡੀ ਮਨਸ਼ਾ ਕੀ ਹੈ, ਸਾਡੀ ਵਿਚਾਰਧਾਰਾ ਕੀ ਹੈ, ਇਹ ਆਪਾਂ ਹੁਣ ਜੇ ਭੇਜਦੇ ਹਾਂ ਕਿਸੇ ਅਖਬਾਰ 'ਚ ਉਹ ਕੋਈ ਨਹੀਂ ਛਾਪੂਗਾ। ਪਰ ਜੇ ਅਸੀਂ ਅਦਾਲਤ ਵਿੱਚ ਕੇਸ ਲੜਾਂਗੇ ਤਾਂ ਭਗਤ ਸਿੰਘ ਨੇ ਆਪਣੀ ਜਿਹੜੀ ਪੈਰਵਾਈ ਆਪ ਕੀਤੀ ਅਤੇ ਆਪਣੇ ਵਿਚਾਰ ਜਿਹੜੇ ਸੀ ਉੱਥੇ ਪੇਸ਼ ਕੀਤੇ, ਅਤੇ ਉਹ ਜਿਹੜੇ ਵਿਚਾਰ ਸੀਗੇ ਉਹ ਫਿਰ ਜਦੋਂ ਲੋਕਾਂ ਦੇ ਵਿੱਚ ਗਏ ਤਾਂ ਉਹਦੇ 'ਚ ਇਹੀ ਸੀਗਾ ਵੀ ਮੈਂ ਮਤਲਬ ਕਿ ਜੋ ਚਾਹੁੰਦੇ ਹੈਗੇ ਆ, ਉਹਨਾਂ ਨੇ ਕਿਹਾ ਸੀਗਾ ਕਿ ਜਿਵੇਂ ਆਪਾਂ ਹੁਣ ਬੰਬ ਦੀ ਸੁੱਟਣ ਦੀ ਗੱਲ ਹੈ, ਆਪਾਂ ਹੁਣ ਉਹਨੂੰ ਅੱਤਵਾਦੀ ਲੱਗਦਾ ਹੈਗਾ ਜਾਂ ਇਹ ਲੱਗਦਾ ਹੈਗਾ ਵੀ ਖੂਨ ਖਰਾਬੇ ਵਾਲੇ ਬੰਦੇ ਹੈਗੇ ਨੇ। ਉਹਨੇ ਕਿਹਾ ਕਿ ਅਸੀਂ ਇਹੋ ਜਿਹਾ ਸਮਾਜ ਚਾਹੁੰਦੇ ਹਾਂ ਜਿੱਥੇ ਕਿਸੇ ਦੇ ਮਤਲਬ ਕਿ ਨਾ ਕੋਈ ਜ਼ਖਮ ਵੀ ਨਾ ਲੱਗੇ, ਕਿਸੇ ਦੇ ਜ਼ਖਮ ਵੀ ਨਾ ਹੋਵੇ, ਕੋਈ ਸੱਟ ਵੀ ਨਾ ਲੱਗੇ, ਮਰਨਾ ਤਾਂ ਬਹੁਤ ਦੂਰ ਦੀ ਗੱਲ ਹੈ। ਅਸੀਂ ਮਨੁੱਖ ਦੀ ਬੜੀ ਕਦਰ ਕਰਦੇ ਹੈਗੇ, ਅਸੀਂ ਮਨੁੱਖੀ ਰਿਸ਼ਤਿਆਂ ਦੀ ਬੜੀ ਕਦਰ ਕਰਦੇ ਹੈਗੇ ਆ, ਅਤੇ ਇਸ ਕਰਕੇ ਸਾਡਾ ਕੋਈ ਬੰਬ ਦੇ ਵਿੱਚ ਵਿਸ਼ਵਾਸ ਨਹੀਂ ਹੈ, ਸਾਡਾ ਕਿਸੇ ਵਿੱਚ ਵਿਸ਼ਵਾਸ ਨਹੀਂ ਹੈਗਾ। ਸਗੋਂ ਇਹ ਜਿਹੜੀ ਸਰਮਾਏਦਾਰੀ ਹੈ, ਜਿਹੜੀ ਤੁਹਾਡੀ ਸਿਆਸਤ ਹੈਗੀ ਹੈ, ਜਿਹੜੀ ਬ੍ਰਿਟਿਸ਼ ਸਰਕਾਰ ਜਿਸ ਸੋਚ ਦੇ ਨਾਲ ਚੱਲਦੀ ਹੈ, ਇਹ ਉਹਨਾਂ ਦਾ ਕੰਮ ਹੈਗਾ ਜਿਹੜੇ ਮਨੁੱਖ ਨੂੰ ਮਨੁੱਖ ਨਹੀਂ ਸਮਝਦੇ। ਅਸੀਂ ਤਾਂ ਮਨੁੱਖ ਨੂੰ ਸਭ ਤੋਂ ਪਹਿਲਾਂ ਸਮਝਦੇ ਹੈਗੇ ਆ। ਇਸ ਵਿਚਾਰਧਾਰਾ ਦੇ ਨਾਲ ਮਤਲਬ ਕਿ ਉਹ ਜਿਹੜਾ ਸੀਗਾ ਆਪਣੇ ਭਗਤ ਸਿੰਘ, ਇਸ ਕਰਕੇ ਉਹ ਜੋ ਮਰਜ਼ੀ ਅਸੀਂ ਉਹ ਠੀਕ ਹੈ ਕਿ ਹੁਣ ਸਰਕਾਰਾਂ ਸਾਰੀਆਂ ਹੀ ਚਾਹੁੰਦੀਆਂ ਨੇ ਵੀ ਕਦੇ ਵੀ ਉਹਦਾ ਬੰਦੂਕ ਵਾਲਾ ਦ੍ਰਿਸ਼ ਜਿਹੜਾ ਹੈਗਾ ਸਾਹਮਣੇ ਮਤਲਬ ਕਿ ਲਿਆ ਜਾਵੇ। ਮੈਂ ਇੱਕ ਗੱਲ ਇੱਥੇ ਹੋਰ ਜੋੜਦਾ ਕਿ ਭਗਤ ਸਿੰਘ ਦੀ ਜਿਹੜੀ ਬੰਦੂਕ ਸਨ ਜਿਹੜੇ ਮਾਰੀ ਸੀ ਉਹ ਬੰਦੂਕ ਮਿਲੀ ਹੈ ਨਾ। ਉਹ ਜਦੋਂ ਬੰਦੂਕ ਮਿਲੀ ਤਾਂ ਉਹਨੂੰ BSF ਨੂੰ ਦਿੱਤਾ ਗਿਆ, ਜਿਹੜਾ ਫਿਰੋਜ਼ਪੁਰ 'ਚ ਉਸਦਾ ਮਿਊਜ਼ੀਅਮ ਹੈ, ਉਹਦੇ 'ਚ ਉਹ ਬੰਦੂਕ ਉਹਨਾਂ ਦਿੱਤਾ, BSF ਦੇ ਕਮਾਂਡਰ ਨੂੰ ਦਿੱਤਾ। ਅਤੇ ਉਹ ਕਮਾਂਡਰ ਨੇ ਅਗਲੇ ਦਿਨ ਕਿਹਾ ਕਿ ਅਸੀਂ ਇਹਨੂੰ ਇਹੋ ਜਿਹੀ ਥਾਂ 'ਤੇ ਲਾਵਾਂਗੇ ਕਿ ਨੌਜਵਾਨ ਕਿ ਜਿਹੜੇ ਵੀ ਦਰਸ਼ਕ ਆਉਣਗੇ ਦੇਖਣ ਦੇ ਵਾਸਤੇ ਉਹ ਇਹਦੇ ਨਾਲ ਖੜ ਕੇ ਸੈਲਫੀ ਖਿੱਚ ਸਕਿਆ ਕਰਨਗੇ। ਅਸੀਂ ਮਤਲਬ ਕਿ ਉਹਦੀ ਬੰਦੂਕ ਦੇ ਨਾਲ ਸੈਲਫੀ ਖਿਚਵਾ ਕੇ ਅਤੇ ਅਸੀਂ ਉਹਨੂੰ ਪ੍ਰਚਾਰਨਾ ਚਾਹੁੰਦੇ ਹੈਗੇ ਆ, ਨੌਜਵਾਨਾਂ ਨੂੰ ਮਤਲਬ ਕਿ ਅਸੀਂ ਇਸ ਪਾਸੇ ਉਕਸਾਉਣਾ ਚਾਹੁੰਦੇ ਹੈਗੇ ਆ। ਜਦੋਂ ਕਿ ਉਹਦੇ ਬਹੁਤ ਵਧੀਆ ਵਿਚਾਰ ਨੇ, ਉਹ ਵਿਚਾਰਾਂ ਦੇ ਪੋਸਟਰ ਬਣਾ ਕੇ ਜੇ ਤੁਸੀਂ ਉਹਦੇ ਮਿਊਜ਼ੀਅਮ 'ਚ ਲਗਾਓਗੇ, ਉਹ ਨੌਜਵਾਨ ਆ ਕੇ ਪੜ੍ਹਨ, ਉੱਥੋਂ ਪ੍ਰੇਰਨਾ ਲੈਣ, ਇੱਕ ਵਧੀਆ ਸਮਾਜ ਦਾ ਸੁਪਨਾ ਸਿਰਜਣ ਅਤੇ ਵਧੀਆ ਸੁਪਨਾ ਸਿਰਜ ਕੇ ਉਸ ਅੱਗੇ ਲੈ ਕੇ ਜਾਣਾ ਚਾਹਣ। ਉਹ ਜਿਹੜਾ ਕੰਮ ਹੈ ਉਹ ਸਰਕਾਰਾਂ ਨਹੀਂ ਕਰਦੀਆਂ, ਬੰਦੂਕ ਨੂੰ ਮਤਲਬ ਜ਼ਿਆਦਾ ਪਹਿਲ ਦਿੰਦੀ ਹੈ। ਡਾਕਟਰ ਸਾਹਿਬ, ਭਗਤ ਸਿੰਘ ਹੋਰਾਂ ਨੇ ਆਜ਼ਾਦੀ ਦੀ ਲੜਾਈ ਜਿਹੜੀ ਆ ਉਹ ਲੜੀ, ਅਤੇ ਹਮੇਸ਼ਾ ਹੀ ਜਿਹੜਾ ਵੀ ਕੋਈ ਕੰਮ, ਜਿਹੜਾ ਵੀ ਕੋਈ ਕਾਰਜ ਬੰਦਾ ਕਰਦਾ ਆ, ਉਹ ਸੋਚ ਕੇ ਕਰਦਾ ਹੈ ਕਿ ਇਸ ਤੋਂ ਬਾਅਦ ਦੇ ਵਿੱਚ ਅਸੀਂ ਆਪਣੇ ਤਰੀਕੇ ਨਾਲ ਐਵੇਂ ਦਾ ਦੇਸ਼ ਬਣਾਵਾਂਗੇ, ਐਵੇਂ ਦਾ ਸਮਾਜ ਜਿਹੜਾ ਆ ਉਹ ਹੋਣਾ ਚਾਹੀਦਾ, ਐਵੇਂ ਹੋਣਾ ਚਾਹੀਦਾ। ਭਗਤ ਸਿੰਘ ਹੋਰਾਂ ਦੀ ਸੋਚ ਕੀ ਸੀ ਕਿ ਜਦੋਂ ਦੇਸ਼ ਆਜ਼ਾਦ ਹੋ ਗਿਆ ਤਾਂ ਕਿਵੇਂ ਜਿਹੜੇ ਲੋਕ ਹੈ ਇੱਥੋਂ ਦੇ ਉਹ ਰਹਿਣਗੇ, ਜਾਂ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਗਰੀਬਾਂ ਕੋਲ ਘਰ ਨਹੀਂ ਹੈਗੇ ਜਾਂ ਹੋਰ ਬਹੁਤ ਸਾਰੀਆਂ ਗੱਲਾਂ, ਉਹਨਾਂ ਦਾ ਕੀ
ਮੰਨਣਾ ਸੀਗਾ ਕਿ ਸਾਡਾ ਦੇਸ਼ ਐਵੇਂ ਦਾ ਹੋਏਗਾ ਜਦੋਂ ਇੱਥੋਂ ਗੋਰਿਆਂ ਨੂੰ ਅਸੀਂ ਕੱਢ ਦੇਵਾਂਗੇ? ਨਹੀਂ, ਬਿਲਕੁਲ ਮਤਲਬ ਨਾ ਇੱਕ ਬੜੀ ਮਤਲਬ ਕਿ ਉਹਦੀ ਫੇਮਸ ਲਾਈਨ ਹੈਗੀ ਹੈ ਵੀ ਜੇ ਮਤਲਬ ਕਿ ਜਿਹੜੇ ਅੰਗਰੇਜ਼ ਇੱਥੋਂ ਚਲੇ ਜਾਣਗੇ, ਅਸੀਂ ਲੜਾਈ ਲੜਦੇ ਪਏ ਹੈ ਵੀ ਇਹਨਾਂ ਕੁਰਸੀਆਂ 'ਤੇ ਗੋਰਿਆਂ ਦੀ ਥਾਂ 'ਤੇ ਕਾਲੇ ਬੈਠ ਜਾਣਗੇ, ਹੈ ਨਾ, ਤਾਂ ਫਿਰ ਕੋਈ ਫਰਕ ਹੈ ਵੀ ਜਿਸ ਤਰ੍ਹਾਂ ਆਪਾਂ ਕੁਰਸੀ ਸਾਡੇ ਕੋਲ ਆ ਗਈ ਅਤੇ ਉੱਥੇ ਬੈਠਣ ਵਾਲਾ ਬੰਦਾ ਨਹੀਂ ਬਦਲਿਆ, ਵੀ ਉਹੀ ਸੋਚ ਵਾਲੇ ਬੰਦੇ ਬੈਠ ਗਏ ਜੇ ਕੋਈ, ਹੈ ਨਾ, ਤਾਂ ਅਸੀਂ ਉਹ ਉਸ ਤਰ੍ਹਾਂ ਦੀ ਆਜ਼ਾਦੀ ਮਤਲਬ ਕਿ ਨਹੀਂ ਚਾਹੁੰਦੇ, ਹੈ ਨਾ। ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਮਤਲਬ ਕਿ ਜੇ ਕੋਈ ਇੱਥੇ ਸਰ ਮਤਲਬ ਕਿ ਕੋਈ ਆਪਣੇ ਸਪਰੂ ਹੈਗਾ ਘਰ, ਮਤਲਬ ਕਿ ਕੋਈ ਇੱਕ ਉਹ ਆ ਕੇ ਬੈਠ ਜਾਣ, ਕਿਸਾਨ ਨੂੰ ਕੀ ਫਰਕ ਪੈਂਦਾ ਹੈਗਾ। ਤਾਂ ਉਹਨਾਂ ਦਾ ਜਿਹੜਾ ਸੁਪਨਾ ਸੀਗਾ, ਜੇ ਮੈਂ ਇੱਥੇ ਗੱਲ ਕਰਦਾ ਕਿ ਸ਼ਹੀਦ ਭਗਤ ਸਿੰਘ ਦਾ ਜਿਹੜਾ ਰਾਜਨੀਤਿਕ ਗੁਰੂ ਆਪਾਂ ਕਹਿ ਸਕਦੇ ਹਾਂ, ਉਹ ਬੰਦੇ ਸੀਗੇ ਕਰਤਾਰ ਸਿੰਘ ਸਰਾਭੇ ਨੂੰ। ਤੇ ਇਹ ਕਿਹਾ ਵੀ ਜਾਂਦਾ ਵੀ ਕਰਤਾਰ ਸਿੰਘ ਸਰਾਭਾ ਜਿਹੜਾ ਹੈਗਾ, ਇੱਕ ਵਾਰੀ ਜਦੋਂ ਇੱਥੇ ਗਦਰ ਲਹਿਰ ਜਿਹਦੀ ਸ਼ੁਰੂਆਤ ਹੋਈ ਅਤੇ ਜਿਹੜੇ ਸਾਰੇ ਇਕੱਠੇ ਹੋ ਕੇ ਆਏ ਸੀਗੇ, ਜਦੋਂ ਇਹ ਰਾਜ ਪਲਟਾ ਕਰਨਾ ਸੀਗਾ, ਉਹ ਕੁਦਰਤੀ ਉਹ ਮਿਸ਼ਨ ਉਹਨਾਂ ਦਾ ਥੋੜ੍ਹਾ ਜਿਹਾ ਫੇਲ ਹੋ ਗਿਆ ਕਿ ਤਾਰਪੀਡੋ ਹੋ ਗਿਆ। ਕੁਝ ਗੱਦਾਰ ਲੋਕਾਂ ਨੇ ਅੰਗਰੇਜ਼ਾਂ ਨੂੰ ਦੱਸ ਦਿੱਤਾ ਵੀ ਇਸ ਤਰ੍ਹਾਂ ਹੋਣ ਲੱਗਿਆ ਹੈਗਾ, ਨਹੀਂ ਤਾਂ ਉਹ ਜੇ ਵਾਪਰ ਜਾਂਦਾ ਤਾਂ ਮਤਲਬ ਕਿ ਆਜ਼ਾਦੀ ਜਿਹੜੀ ਹੈਗੀ ਆ ਉਹ ਆਪਾਂ ਕਾਫੀ ਦੇਸ਼ ਪਹਿਲਾਂ ਮਿਲ ਜਾਂਦੀ। ਕਰਤਾਰ ਸਿੰਘ ਸਰਾਭਾ ਉਹਦੇ 'ਚ ਉਹਦਾ ਦਾ ਲੀਡਰ ਸੀਗਾ। ਉਹ ਮਤਲਬ ਨਾ ਜਦੋਂ ਇੱਥੇ ਕ੍ਰਾਂਤੀਕਾਰੀ ਗਦਰ ਲਹਿਰ ਦੇ ਆਏ ਤਾਂ ਕਿਹਾ ਜਾਂਦਾ ਹੈ ਵੀ ਇੱਕ ਵਾਰੀ ਮਤਲਬ ਕਿ ਕਰਤਾਰ ਸਿੰਘ ਸਰਾਭਾ ਇਹਨਾਂ ਦੇ ਘਰੇ ਗਿਆ, ਕਿਉਂਕਿ ਇਹ ਕ੍ਰਾਂਤੀਕਾਰੀਆਂ ਨੂੰ ਮਦਦ ਕਰਦੇ ਸੀ, ਵੈਸੇ ਵੀ ਉਹਨਾਂ ਦੇ ਘਰੇ ਠਹਿਰਾਓ ਵੀ ਸੀਗਾ। ਤਾਂ ਮਤਲਬ ਕਿ ਜਦੋਂ ਕਹਿੰਦੇ ਵੀ 1000 ਰੁਪਈਆ ਇਹਨਾਂ ਦੇ ਫਾਦਰ ਕਿਸ਼ਨ ਸਿੰਘ ਨੇ ਉਹਨਾਂ ਨੂੰ ਮਦਦ ਵਾਸਤੇ ਦਿੱਤਾ, ਅਤੇ ਉਹਨਾਂ ਨੇ ਪਰਚੀ ਕੱਟੀ, ਹੈ ਨਾ, ਗਦਰ ਪਾਰਟੀ ਦੀ ਪਰਚੀ ਕੱਟੀ। ਤਾਂ ਉਹਦੇ 'ਤੇ ਉਹ ਜਿਹੜਾ ਸੀਗਾ ਗਦਰ ਪਾਰਟੀ ਦਾ ਜਿਹੜਾ ਝੰਡਾ ਸੀਗਾ, ਉਹ 3 ਰੰਗ ਦਾ ਝੰਡਾ ਸੀਗਾ। ਅਤੇ ਉਹਨਾਂ ਨੇ ਮੈਨੂੰ ਪੁੱਛਿਆ ਵੀ ਇਹ 3 ਰੰਗ ਤੁਸੀਂ ਕਿਉਂ ਮਤਲਬ ਕਿ ਲਾਏ ਹੋਏ ਨੇ, ਕੀ ਸਿੰਬਲ ਹੈਗੇ ਨੇ? ਇਹ ਵੀ ਹਿੰਦੂ ਮੁਸਲਮਾਨ ਸਿੱਖਾਂ ਦੀ ਏਕਤਾ ਦੀ ਗੱਲ ਹੈਗੀ ਹੈ ਕਿ ਇਹ ਤੁਸੀਂ ਇਸ ਕਰਕੇ ਇਹਦਾ 3 ਰੰਗਾਂ ਦਾ ਝੰਡਾ ਬਣਾਇਆ ਹੈਗਾ। ਤਾਂ ਮਤਲਬ ਕਿ ਉਦੋਂ ਕਰਤਾਰ ਸਿੰਘ ਸਰਾਭੇ ਨੇ ਕਿਹਾ ਵੀ ਇਹ 3 ਜਿਹੜੀਆਂ ਗੱਲਾਂ ਨੇ ਤੁਸੀਂ ਕਹੀਆਂ, ਇਹ ਵੀ ਬਹੁਤ ਜ਼ਰੂਰੀ ਨੇ, ਇਹ ਵੀ ਹੈਗੀਆਂ ਨੇ, ਪਰ ਇਸ ਅਸਲ 'ਚ ਹੈਗੀ ਹੈ ਆਜ਼ਾਦੀ, ਇਨਸਾਫ ਅਤੇ ਭਾਈਚਾਰਾ। ਇਹ 3 ਰੰਗ ਇਸ ਨੂੰ ਪ੍ਰਤੀਕ ਕਰਦੇ ਨੇ। ਤਾਂ ਇਹ ਜਿਹੜੀ ਗੱਲ ਸੀਗੀ, ਇਹੀ ਉਹਨਾਂ ਦਾ ਸੁਪਨਾ ਸੀਗਾ ਵੀ ਬਰਾਬਰੀ ਜਿਹੜੀ ਹੈਗੀ ਨਾ ਉਹ ਬਹੁਤ ਜ਼ਰੂਰੀ ਹੈਗੀ। ਜਦ ਤੱਕ ਤੁਸੀਂ ਬਰਾਬਰੀ ਨਹੀਂ ਹੋਊਗੀ ਤਦ ਤੱਕ ਮਤਲਬ ਕਿ ਕਿਸੇ ਤਰ੍ਹਾਂ ਦੀ ਆਜ਼ਾਦੀ ਦਾ ਕੋਈ ਫਾਇਦਾ ਨਹੀਂ। ਅਤੇ ਅਸੀਂ ਭਾਵੇਂ ਦੇਖੋ ਜੀ ਆਪਣਾ ਸੰਵਿਧਾਨ ਬਣਾਇਆ, ਸੰਵਿਧਾਨ ਦੇ ਵਿੱਚ ਵੀ ਇਹੀ ਪਹਿਲੇ ਪ੍ਰੀਐਂਬਲ ਦੇ ਵਿੱਚ ਇਹ ਸਾਰੇ ਸ਼ਬਦ ਹੈਗੇ ਨੇ ਵੀ ਭਾਈਚਾਰਾ, ਮਤਲਬ ਕਿ ਬਰਾਬਰੀ, ਆਜ਼ਾਦੀ ਅਤੇ ਇਨਸਾਫ। ਇਹ ਸ਼ਬਦ ਉਹਦੇ ਵਿੱਚ ਪਹਿਲੇ ਮਤਲਬ ਕਿ ਉਹਦੇ ਵਿੱਚ ਪੇਜ 'ਤੇ ਪ੍ਰੀਐਂਬਲ ਜਿਹੜੇ ਮੁੱਖ ਬੰਦ ਵਿੱਚ ਲਿਖੇ ਗਏ ਹੈਗੇ ਨੇ। ਤਾਂ ਇਹ ਮਤਲਬ ਉਹਦਾ ਸੁਪਨਾ ਸੀਗਾ ਵੀ ਕਿਸਾਨਾਂ ਨੂੰ, ਮਜ਼ਦੂਰਾਂ ਨੂੰ, ਮਤਲਬ ਕਿ ਸਾਰਿਆਂ ਦਾ ਉਹਨਾਂ ਨੇ ਜ਼ਿਕਰ ਕੀਤਾ। ਜਦੋਂ ਉਹਨਾਂ ਨੇ ਹਿੰਦੁਸਤਾਨ ਰਿਪਬਲਿਕ ਐਸੋਸੀਏਸ਼ਨ ਜੁਆਇਨ ਕੀਤੀ ਸਭ ਤੋਂ ਪਹਿਲਾਂ ਜਾ ਕੇ ਕਰਨਾਲ ਦੇ ਆਪਣੇ ਉੱਥੇ ਕਾਨਪੁਰ ਦੇ ਵਿੱਚ, ਅਤੇ ਫਿਰ ਜਦੋਂ ਪੰਜਾਬ ਵਿੱਚ ਆਇਆ ਤਾਂ ਅੱਜ ਕੱਲ੍ਹ ਇਹ ਮਤਲਬ ਕਿ ਜਿਹੜੀ ਹੈਗੀ ਹੈ ਜਿਹੜੀ ਨੌਜਵਾਨ ਸਭਾ, ਉਹ ਭਗਤ ਸਿੰਘ ਦੇ ਹੀ ਬਣਾਈ ਹੋਈ ਹੈਗੀ ਹੈ, ਜਿਹਨੂੰ ਅੱਜ ਕੱਲ੍ਹ ਨੌਜਵਾਨ ਚਲਾਉਂਦੇ ਹੈਗੇ ਨੇ। ਉਹਨਾਂ ਨੇ ਆ ਕੇ ਇੱਥੇ ਇੱਕ ਹਿੰਦੁਸਤਾਨ ਰਿਪਬਲਿਕ ਐਸੋਸੀਏਸ਼ਨ ਸੀਗੀ, ਉਹਨਾਂ ਨੇ ਹਿੰਦੁਸਤਾਨ ਸੋਸ਼ਲਿਸਟਿਕ ਰਿਪਬਲਿਕ ਐਸੋਸੀਏਸ਼ਨ ਮਤਲਬ ਕਿ ਵਰਡ ਬਣਾਇਆ, ਸੋਸ਼ਲਿਸਟ ਵਰਡ ਨਵਾਂ ਪਾਇਆ। ਉਹਦਾ ਮਤਲਬ ਸੀਗਾ ਬਰਾਬਰੀ, ਯਾਨੀ ਕਿ ਆਪਾਂ ਮਤਲਬ ਕਿ ਇੱਕ ਆਪਣਾ ਟੀਚਾ ਬਰਾਬਰੀ ਰੱਖਣਾ ਹੀ ਰੱਖਣਾ ਹੈਗਾ। ਵੀ ਉਹਦੇ 'ਚ ਆਪਾਂ ਉਹਨਾਂ ਨੇ ਦੇਖਿਆ ਉਹਨਾਂ ਦਾ ਵੀ ਅਛੂਤ ਦਾ ਸਵਾਲ ਜਿਹੜਾ ਹੈਗਾ ਉਹਨਾਂ ਦੇ ਬੜਾ ਮਤਲਬ ਕਿ ਇੱਕ ਮਹੱਤਵਪੂਰਨ ਲੇਖ ਹੈ। ਉਹਦੇ 'ਚ ਇਹ ਹੈਗਾ ਵੀ ਜੇ ਅਸੀਂ ਅਛੂਤ ਮਤਲਬ ਕਿ ਆਪਣੇ ਇਹਨੂੰ ਹੀ ਨਹੀਂ ਖਤਮ ਕਰ ਸਕਦੇ ਫਿਰ ਆਜ਼ਾਦੀ ਕਾਹਦੀ ਹੈਗੀ ਹੈ। ਉਹਨਾਂ ਨੇ ਇੱਕ ਥਾਂ 'ਤੇ ਬੜਾ ਵਧੀਆ ਲਿਖਿਆ ਕਿ ਵੀ ਸਾਡੇ ਮਤਲਬ ਕਿ ਵਿਹੜੇ ਦੇ ਵਿੱਚ ਮਤਲਬ ਕਿ ਜਿਹੜਾ ਹੈਗਾ ਕੁੱਤਾ ਜਿਹੜਾ ਹੈਗਾ ਗਲੀ ਦਾ, ਉਹ ਆ ਕੇ ਘੁੰਮ ਕੇ ਤੇ ਜਾ ਸਕਦਾ ਹੈਗਾ ਵਾਪਸ, ਤੇ ਪਰ ਸਾਡੇ ਮਤਲਬ ਕਿ ਰਸੋਈ ਦੇ ਵਿੱਚ, ਘਰ ਦੇ ਵਿੱਚ ਜਿਹੜਾ ਹੈਗਾ ਨਾ, ਕੋਈ ਅਛੂਤ ਪੈਰ ਨਹੀਂ ਪਾ ਸਕਦਾ। ਅਸੀਂ ਮਤਲਬ ਇੱਥੋਂ ਤੱਕ ਮਤਲਬ ਕਿ ਉਹ ਕੀਤਾ ਕਿ ਫਿਰ ਅਸੀਂ ਅੰਗਰੇਜ਼ਾਂ ਤੋਂ ਕਾਹਦੀ ਆਜ਼ਾਦੀ ਮੰਗਦੇ ਹੈਗੇ ਆ। ਅਸੀਂ ਆਪ ਹੀ ਮਤਲਬ ਕਿ ਗੁਲਾਮੀ ਦੀਆਂ ਪੈੜਾਂ ਆਪਣੇ ਮਤਲਬ ਪਾਈਆਂ ਹੋਈਆਂ ਨੇ। ਉਵੇਂ ਜਿਵੇਂ ਮੈਂ ਨਾਸਤਿਕ ਕਿਉਂ ਹਾਂ, ਉਹਦੇ ਵਿੱਚ ਇਹੀ ਗੱਲ ਕਰਦਾ ਹੈਗਾ ਵੀ ਰੱਬ ਨੂੰ ਮੈਂ ਨਹੀਂ ਮੰਨਦਾ। ਉਹ ਨਾ ਮੰਨਣ ਦਾ ਕਾਰਨ ਕੀ ਹੈ? ਕਹਿੰਦਾ ਵੀ ਜੇ ਹੈਗਾ ਤਾਂ ਫਿਰ ਇੰਨੀ ਗਰੀਬੀ ਕਿਉਂ ਹੈਗੀ ਹੈ, ਤਾਂ ਵੀ ਜੇ ਇੰਨਾ ਵਿਤਕਰਾ ਕਿਉਂ ਹੈਗਾ? ਜੇ ਉਹ ਦੇਖਦਾ ਹੈਗਾ ਰੱਬ, ਅਤੇ ਫਿਰ ਉਹ ਕਿੱਥੇ ਹੁੰਦਾ ਜਦੋਂ ਮਤਲਬ ਕਿ ਇਹ ਸਾਰਾ ਕੁਝ ਹੋ ਰਿਹਾ ਹੁੰਦਾ? ਜਦੋਂ ਕਿਸੇ ਇੱਕ ਇਨਸਾਨ ਨਾਲ ਦੂਜੇ ਇਨਸਾਨ ਵੱਲੋਂ ਦੀ ਕੁਛ ਮਤਲਬ ਕਿ ਤਸ਼ੱਦਦ ਹੋ ਰਹੀ ਹੁੰਦੀ ਹੈ, ਮਤਲਬ ਕਿ, ਤਾਂ ਉਹ ਫਿਰ ਉਦੋਂ ਕੀ ਦੇਖਦਾ ਪਿਆ ਹੁੰਦਾ? ਮੈਨੂੰ ਮਤਲਬ ਹੈ ਨਹੀਂ, ਉਹ ਦੇਖਦਾ ਦੁਖਦਾ ਕੀ ਹੈਗਾ, ਉਹਨੂੰ ਨਜ਼ਰ ਨਹੀਂ ਆਉਂਦਾ ਕੀ ਹੈਗਾ ਉਹ। ਫਿਰ ਕਿਹੜਾ ਰੱਬ ਹੈ ਤੁਸੀਂ ਕਹਿੰਦੇ? ਮੈਨੂੰ ਦਿਖਾਓ, ਦੱਸੋ ਵੀ ਕਿਹੜਾ ਹੈਗਾ। ਵੀ ਜੇ ਹੈਗਾ ਤਾਂ ਮੈਂ ਚਲੋ ਮੰਨ ਲਾਂਗਾ ਤੁਹਾਡੀ ਗੱਲ, ਵੀ ਇਹ ਗੱਲਾਂ ਦਾ ਜਵਾਬ ਦੇ ਦਿਓ। ਤਾਂ ਇਹ ਸਾਰੇ ਉਹਦੇ ਵਿਚਾਰ ਸੀਗੇ, ਜਿਹੋ ਜਿਹਾ ਉਹ ਦੇਸ਼ ਚਾਹੁੰਦਾ ਸੀਗਾ ਵੀ ਇੱਕ ਬਰਾਬਰੀ ਦਾ ਸਮਾਜ ਹੈ। ਸਭ ਤੋਂ ਪਹਿਲੀ ਇੰਪੋਰਟੈਂਟ ਸਾਰੀਆਂ ਗੱਲਾਂ 'ਚੋਂ ਬਰਾਬਰੀ ਹੈਗੀ ਹੈ। ਹਾਂ, ਤਾਂ ਉਹ ਮਤਲਬ ਕਿ ਉਹਨੇ ਇੱਕ ਆਪਣੀ ਡਾਇਰੀ ਵਿੱਚ, ਉਹਦੀ ਇੱਕ ਬੜੀ ਮਸ਼ਹੂਰ ਹੈਗੀ ਹੈ ਵੀ ਭਗਤ ਸਿੰਘ ਦੀ ਜੇਲ੍ਹ ਡਾਇਰੀ, ਉਹਨੇ ਮਤਲਬ ਕਿ 100-150 ਕਿਤਾਬਾਂ ਪੜ੍ਹੀਆਂ ਨੇ। ਜਿਹੜੀ ਕੀ ਗੱਲ ਉਹਨੂੰ ਮਹੱਤਵਪੂਰਨ ਲੱਗਦੀ ਸੀਗੀ ਉਹ ਉਹਦੇ 'ਚ ਨੋਟ ਕਰ ਲੈਂਦਾ ਸੀਗਾ। ਆਪਾਂ ਉੱਥੋਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਉਹਦੀ ਵਿਚਾਰਧਾਰਾ ਕੀ ਸੀ, ਕਿਉਂਕਿ ਜਿਹੜੀਆਂ ਚੀਜ਼ਾਂ ਬੰਦੇ ਨੂੰ ਪਸੰਦ ਆਉਂਦੀਆਂ ਨੇ ਉਹਦੀ ਵਿਚਾਰਧਾਰਾ ਦੇ ਕੋਲ ਹੁੰਦੀ ਹੈ। ਉਹਦੇ 'ਚ ਉਹਨੇ ਇੱਕ ਮਤਲਬ ਕਿ ਜੌਨ ਲੌਕ ਦੀ ਮਤਲਬ ਕਿ ਇੱਕ ਪਰਿਭਾਸ਼ਾ ਕਹਿ ਲਓ ਵੀ ਡੈਮੋਕ੍ਰੇਸੀ ਲਿਖੀ ਹੈ। ਕਹਿੰਦਾ ਵੀ ਡੈਮੋਕ੍ਰੇਸੀ ਜਿਹੜੀ ਹੈਗੀ ਨਾ ਥਿਓਰੈਟੀਕਲੀ ਤਾਂ ਠੀਕ ਹੈ ਨਾ,
ਪਰ ਜਦੋਂ ਪ੍ਰੈਕਟੀਕਲੀ ਦੇਖਦੇ ਆ, ਜਿਵੇਂ ਚੋਣਾਂ ਨੇ, ਆਪਾਂ ਮਤਲਬ ਕਿ ਉਦਾਹਰਨ ਆਪਾਂ ਕਹੀਏ ਵੀ ਚੋਣਾਂ ਨੇ, ਲੱਖਾਂ ਕਰੋੜਾਂ ਰੁਪਈਆ ਅਸੀਂ ਚੋਣਾਂ ਦੇ ਵਿੱਚ ਖਰਚ ਕਰਦੇ ਹੈਗੇ ਆ, ਤੇ ਫਿਰ ਅਸੀਂ ਅੱਗੋਂ ਮਤਲਬ ਕਿ ਕਿਹੋ ਜਿਹਾ ਅਸੀਂ ਪ੍ਰਬੰਧ ਦੀ ਮਤਲਬ ਆਸ ਰੱਖਦੇ ਹੈਗੇ ਆ। ਕਾਨੂੰਨ ਜਿਹੜਾ ਹੈਗਾ ਉਹ ਬਣਾਉਣ ਵਾਲੇ ਉਹ ਨੇ, ਤੇ ਜਿਹੜੇ ਆਪਣੇ ਹੱਕ 'ਚ ਕਾਨੂੰਨ ਬਣਾਉਂਦੇ ਨੇ ਉਹ ਵੀ ਮਤਲਬ ਕਿ ਜਿੰਨੀਆਂ ਸੰਸਥਾਵਾਂ ਨੇ ਉਹ ਇਹੋ ਜਿਹੀਆਂ ਬਣਾਉਂਦੇ ਨੇ। ਆਪਾਂ ਸਿੱਖਿਆ ਦੀ ਗੱਲ ਵੀ ਕਰੀਏ ਵੀ ਬਰਾਬਰ ਸਿੱਖਿਆ ਦੀ ਗੱਲ ਉਹ ਹੈ ਨਹੀਂ। ਤੁਸੀਂ ਦੇਖੋ ਹਜ਼ਾਰਾਂ ਤਰ੍ਹਾਂ ਦੇ ਸਕੂਲ ਹੈਗੇ ਨੇ, ਹੈ ਨਾ, ਮਤਲਬ ਕਿ ਇੱਕ ਮੈਰੀਟੋਰੀਅਸ ਸਕੂਲ ਹੈ, ਤੇ ਕੋਈ ਪਬਲਿਕ ਸਕੂਲ ਹੈ, ਤੇ ਕੋਈ ਮਤਲਬ ਕਿ ਜਿਹੜਾ ਹੈਗਾ ਇੰਟਰਨੈਸ਼ਨਲ ਸਕੂਲ ਹੈ, ਤੇ ਕਿਤੇ ਪੜ੍ਹਾਈ ਕਿਹੋ ਜਿਹੀ ਹੈ, ਕਿਤੇ ਪੜ੍ਹਾਈ ਕਿਹੋ ਜਿਹੀ ਹੈ। ਆਪਣੇ ਕੋਲ ਸਮਾਂ ਜਿਹੜਾ ਆ ਉਹ ਇਜਾਜ਼ਤ ਨਹੀਂ ਦੇ ਰਿਹਾ। ਲਾਸਟ ਦੇ ਉੱਤੇ ਇਹ ਪੁੱਛਣਾ ਚਾਹੂੰਗਾ ਕਿ ਕੀ ਅੱਜ ਭਗਤ ਸਿੰਘ ਦੇ ਸੁਪਨਿਆਂ ਦਾ ਭਾਰਤ ਜਿਹੜਾ ਆ ਉਹ ਬਣਿਆ ਆ ਜਾਂ ਨਹੀਂ ਬਣਿਆ, ਜਾਂ ਰਾਜਨੀਤਿਕ ਪਾਰਟੀਆਂ ਸਿਰਫ ਸਿਆਸਤ ਹੀ ਕਰਦੀਆਂ ਨੇ, ਅਜੇ ਵੀ ਬਰਾਬਰਤਾ ਜਿਹੜੀ ਦੇਣੀ ਜਾਂ ਐਜੂਕੇਸ਼ਨ ਹੈਲਥ ਸਿਸਟਮ ਬਹੁਤ ਪੂਅਰ ਹੈ? ਨਹੀਂ, ਜਿਵੇਂ ਤੁਸੀਂ ਸ਼ੁਰੂ 'ਚ ਗੱਲ ਕੀਤੀ ਸੀਗੀ ਵੀ ਇੰਟਰਨੈਸ਼ਨਲ ਏਅਰਪੋਰਟ ਦਾ ਨਾਮ ਭਗਤ ਸਿੰਘ ਦੇ ਨਾਮ 'ਤੇ ਰੱਖਤਾ, ਜਾਂ ਜਿਹੜੀ ਹੁਣ ਅੱਜ ਜਿਹੜੀ ਆਮ ਆਦਮੀ ਪਾਰਟੀ ਹੈਗੀ ਹੈ ਉਹਨਾਂ ਨੇ ਮਤਲਬ ਕਿ ਜਿਹੜਾ ਆਪਣੇ ਹਰੇਕ ਦਫ਼ਤਰ ਦੇ ਵਿੱਚ ਭਗਤ ਸਿੰਘ ਜੀ ਦੇ ਨਾਲ BR ਅੰਬੇਦਕਰ ਦੀ ਫੋਟੋ ਲਾਉਣ ਵਾਸਤੇ ਕਿਹਾ, ਉਹ ਇਹ ਦੱਸਣ ਇਹ ਸੋਚ ਕੇ ਕਰਦੇ ਹੈਗੇ ਨੇ ਵੀ ਅਸੀਂ ਸਾਨੂੰ ਇਹਦਾ ਫਾਇਦਾ ਕੀ ਹੋਊਗਾ। ਫਾਇਦਾ ਮਤਲਬ ਕਿ ਜਿਹੜਾ ਹੈਗਾ ਨਾ, ਹੁਣ ਠੀਕ ਹੈ ਕਿ ਵੀ ਭਗਤ ਸਿੰਘ ਦੇ ਲੋਕੀ ਬੜੇ ਮਤਲਬ ਕਿ ਹੈਗੇ ਨੇ, ਖਾਸ ਤੌਰ 'ਤੇ ਨੌਜਵਾਨ ਜਿਹੜਾ ਹੈਗਾ ਉਹ ਭਗਤ ਸਿੰਘ ਦੇ ਵਿੱਚ ਆਪਣਾ ਦੇਖਦਾ ਹੈਗਾ ਵੀ ਇਹ ਸਾਨੂੰ ਇਹੋ ਜਿਹਾ ਕੁਛ ਕਰਨਾ ਚਾਹੀਦਾ। ਐਵੇਂ BR ਅੰਬੇਦਕਰ ਪੰਜਾਬ ਦੇ ਲੋਕਾਂ ਦੀ ਖਾਸ ਤੌਰ 'ਤੇ, ਜਿੱਥੇ ਦਲਿਤ ਆਬਾਦੀ ਜਿਹੜੀ ਹੈਗੀ ਹੈ 33% ਹੈਗੀ ਹੈ ਸਾਰੇ ਹਿੰਦੁਸਤਾਨ 'ਚ ਵੱਧ ਹੈਗੀ ਹੈ, ਉਹਨਾਂ ਨੇ ਸਿਰਫ ਇਹ ਵੋਟਾਂ ਇਕੱਠਾ ਕਰਨ ਤੱਕ ਮਤਲਬ ਕੀ ਹੈਗੇ ਨੇ। ਹੁਣ ਤੁਸੀਂ ਦੇਖ ਲਓ ਵੀ ਜਿਸ ਮਤਲਬ ਕਿ ਆਪਾਂ ਆਪਣੇ ਪ੍ਰਧਾਨ ਮੰਤਰੀ ਨੇ ਕੱਲ੍ਹ ਡਿਕਲੇਅਰ ਕੀਤਾ ਹੈਗਾ ਵੀ ਅਸੀਂ ਆਪਣੇ ਕਰਨਾ ਹੈਗਾ ਇਸ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਂ ਤੋਂ, ਪਰ ਉਹਨਾਂ ਦੀ ਵਿਚਾਰਧਾਰਾ ਦੇ ਵਿੱਚ ਭਗਤ ਸਿੰਘ ਦੀ ਮਤਲਬ ਕਿ ਇੱਕ ਵੀ ਗੱਲ ਨਹੀਂ ਹੈ ਜਿਹੜੀ ਆਪਾਂ ਗੱਲਾਂ ਕੀਤੀਆਂ ਨੇ, ਚਾਹੇ ਉਹ ਛੂਤ ਦਾ ਸਵਾਲ ਹੈ, ਚਾਹੇ ਉਹ ਮਤਲਬ ਕਿ ਧਰਮ ਦੀ ਗੱਲ ਹੈਗੀ ਆ, ਤਾਂ ਉਹ ਸਾਰੀ ਸਿਆਸਤ ਧਰਮ ਦੇ ਨਾਂ 'ਤੇ ਹੋ ਰਹੀ ਹੈ। ਭਗਤ ਸਿੰਘ ਨੂੰ ਜੇ ਅਪਣਾਉਣਾ ਹੈ ਤਾਂ ਉਹਦੇ ਵਿਚਾਰਾਂ ਨੂੰ ਅਪਣਾਉਣ ਦੀ ਲੋੜ ਹੈਗੀ ਹੈ। ਬਾਕੀ ਸਾਡੇ ਸਾਹਮਣੇ ਦ੍ਰਿਸ਼ ਹੈਗਾ ਵੀ ਕੀ ਸਾਡੇ ਜੋ ਭਗਤ ਸਿੰਘ ਨੇ ਸੋਚਿਆ ਸੀ, ਜੋ ਭਗਤ ਸਿੰਘ ਦਾ ਸੁਪਨਾ ਸੀ, ਜਿਹੋ ਜਿਹਾ ਉਹ ਦੇਸ਼ ਦੇਖਣਾ ਚਾਹੁੰਦੇ ਸੀ, ਉਹ ਜਿਹੜਾ ਹੈਗਾ ਨਾ ਅਸੀਂ ਉੱਥੇ ਬਿਲਕੁਲ ਨੇੜੇ ਤੇੜੇ ਵੀ ਨਹੀਂ ਪਹੁੰਚੇ ਹੈਗੇ। ਜੀ ਬਿਲਕੁਲ। ਅੱਜ ਭਗਤ ਸਿੰਘ ਹੋਰਾਂ ਦੇ 115ਵੇਂ ਜਨਮ ਦਿਨ ਦੇ ਮੌਕੇ ਦੇ ਉੱਤੇ ਡਾਕਟਰ SS ਦੀਪਤੀ ਹੋਰਾਂ ਨੇ ਬਹੁਤ ਹੀ ਖੁੱਲ੍ਹ ਕੇ ਵਿਚਾਰ ਜਿਹੜੇ ਆ ਉਹ ਭਗਤ ਸਿੰਘ ਹੋਰਾਂ ਦੇ ਬਾਰੇ ਦੇ ਵਿੱਚ ਤੁਹਾਡੇ ਨਾਲ ਸਾਂਝੇ ਕੀਤੇ ਆ। ਸੋ ਜਿਹੜੀ ਗੱਲ ਮੁੱਖ ਤੌਰ ਦੇ ਉੱਤੇ ਹੋਈ ਆ ਕਿ ਸਮਾਜਿਕ ਬਰਾਬਰਤਾ, ਊਚ ਨੀਚ ਦੀ ਗੱਲ ਜਿਹੜੀ ਹੁੰਦੀ ਆ, ਉਹ ਗੱਲਾਂ ਨੂੰ ਜਿਹੜਾ ਆ ਉਹ ਭਗਤ ਸਿੰਘ ਹੋਰੀ ਐਕਸੈਪਟ ਨਹੀਂ ਸੀ ਕਰਦੇ। ਉਹ ਕਹਿੰਦੇ ਸੀ ਕਿ ਜੇਕਰ ਇੱਕ ਆਜ਼ਾਦ ਦੇਸ਼ ਆ ਤਾਂ ਆਜ਼ਾਦੀ ਦਾ ਮਾਇਨੇ ਇਹੀ ਆ ਕਿ ਸਾਰੇ ਬਰਾਬਰ ਜਿਹੜੇ ਆ ਉਹ ਹੋਣ, ਸਾਰਿਆਂ ਨੂੰ ਐਜੂਕੇਸ਼ਨ ਹੈਲਥ ਸਾਰਾ ਕੁਝ ਜਿਹੜਾ ਹੈ ਉਹ ਬਰਾਬਰ ਮਿਲੇ। ਪਰ ਅੱਜ ਵੀ ਅਸੀਂ ਉਸ ਚੀਜ਼ ਤੋਂ ਕੋਹਾਂ ਦੂਰ ਹਾਂ। ਸੋ ਆਸ ਕਰਾਂਗੇ ਕਿ ਆਉਂਦੇ ਸਮੇਂ ਦੇ ਵਿੱਚ ਯੂਥ ਜਿਹੜਾ ਆ ਉਹ ਅੱਗੇ ਆਵੇ ਅਤੇ ਚੰਗੇ ਲੀਡਰ ਜਿਹੜੇ ਆ ਉਹ ਪੈਦਾ ਹੋਣ, ਤਾਂ ਜੋ ਅਸੀਂ ਵੀ ਕਹਿ ਸਕੀਏ ਕਿ ਅਸੀਂ ਆਪਣੇ ਜਿਹੜੇ ਆਜ਼ਾਦੀ ਘੁਲਾਟੀਏ ਨੇ ਉਹਨਾਂ ਦੀ ਸੋਚ ਦੇ ਉੱਤੇ ਪਹਿਰਾ ਦਿੰਦਿਆਂ ਹੋਇਆਂ ਉਵੇਂ ਦਾ ਦੇਸ਼ ਜਿਹੜਾ ਆ ਉਹ ਬਣਾਇਆ ਆ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਡਾਕਟਰ ਸਾਹਿਬ ਦਾ ਧੰਨਵਾਦ ਕਰਦੇ ਹਾਂ ਸ਼ਾਮਲ ਹੋਣ ਲਈ, ਅਤੇ ਇੱਥੇ ਹੀ ਆਗਿਆ ਚਾਹਾਂਗੇ। ਸਤਿ ਸ਼੍ਰੀ ਅਕਾਲ।